हाँ जी, ਹੁਣ ਅਸੀਂ ਕਿ ਲੀਨੀਅਰ ਕੰਬੀਨੇਸ਼ਨ ਜੀ ਆਪਾਂ ਇੱਕ ਨਵਾਂ ਇਹਦੇ ਚ ਦੱਸਦੇ ਹਾਂ ਲੀਨੀਅਰ ਕੰਬੀਨੇਸ਼ਨ। ਨਾਮ ਤੋਂ ਹੀ ਕੁਝ ਗੱਲਾਂ ਦਾ ਪਤਾ ਲੱਗ ਜਾਂਦਾ ਜੀ। ਲੀਨੀਅਰ ਕੰਬੀਨੇਸ਼ਨ ਹੁੰਦਾ ਹੈ ਇਕੱਠਾ ਕਰਕੇ ਲਿਖਣਾ। ਲੀਨੀਅਰ मतलब ਲੀਨੀਅਰਲੀ। ਮੰਨ ਲਓ ਵੈਕਟਰਸ ਨੇ ਸਾਡੇ ਕੋਲ b1 b2 b3 bn ਵੈਕਟਰਸ ਨੇ ਕਿਸੇ ਵੈਕਟਰ ਸਪੇਸ ਦੇ। ਠੀਕ ਹੈ, ਵੈਕਟਰ ਸਪੇਸ ਦੇ ਆਪਣੇ ਕੋਲ b1 b2 b3 bn ਵੈਕਟਰਸ ਨੇ। ਅਸੀਂ ਕਿਸੇ ਹੋਰ ਵੈਕਟਰ ਦਾ ਇਹਨਾਂ ਦੇ ਨਾਲ ਕੰਬੀਨੇਸ਼ਨ ਲਿਖਣਾ ਹੈ α1 b1 α2 b2 ਆਪਣੇ ਕੋਲ ਸਕੇਲਰ ਮਲਟੀਪਲਾਈ ਕਰਕੇ α3 b3 ਐ αn bn। ਸਕੇਲਰ ਮਲਟੀਪਲੀਕੇਸ਼ਨ ਅਸੀਂ ਕਰਨਾ ਇਹਨਾਂ ਦਾ α1 b1 α2 b2 α3 b3 αn bn। ਅਸੀਂ ਇਸ ਤਰੀਕੇ ਨਾਲ ਇਹਦਾ ਸਕੇਲਰ ਮਲਟੀਪਲੀਕੇਸ਼ਨ ਤਿਆਰ ਕਰਨਾ ਹੈ। ਇਹਨੂੰ ਕਹਿੰਦੇ ਲੀਨੀਅਰ ਕੰਬੀਨੇਸ਼ਨ। ਨੂੰ ਅਸੀਂ ਕਹਿੰਦੇ ਆ b ਦਾ ਅਸੀਂ ਲੀਨੀਅਰ ਕੰਬੀਨੇਸ਼ਨ ਲਿਖਤਾ ਵਿਦ b1 b2 b3। ਜਿਵੇਂ ਆਪਾਂ ਕਹਿ ਲਓ ਕੁਝ ਐਲੀਮੈਂਟ ਸਾਡੇ ਕੋਲ ਹੈਗੇ ਸੀ, ਹੋਰ ਐਲੀਮੈਂਟ ਅਸੀਂ ਬਣਾ ਸਕਦੇ ਹਾਂ। ਕੁਝ ਐਲੀਮੈਂਟ ਸਾਡੇ ਕੋਲ ਹੈਗੇ ਸੀ, ਹੋਰ ਐਲੀਮੈਂਟ ਅਸੀਂ ਬਣਾ ਸਕਦੇ ਹਾਂ। ਤਾਂ ਉਹਨੂੰ ਅਸੀਂ ਲੀਨੀਅਰ ਕੰਬੀਨੇਸ਼ਨ ਕਹਿੰਦੇ। ਜਿਵੇਂ ਆਪਾਂ b ਬਣਾ ਲਿਆ ਕਿਹਦੇ ਕੰਬੀਨੇਸ਼ਨ ਦੇ ਨਾਲ, b1 b2 b3 ਦੇ ਨਾਲ। ਜੇ ਆਪਾਂ ਕਹਿ ਦੋ ਵੀ ਇਹ s ਦੇ ਐਲੀਮੈਂਟ ਨੇ ਤਾਂ ਅਸੀਂ b ਬਿਲੋਂਗਸ ਟੂ ਕੀ ਲਿਖ ਸਕਦੇ ਹਾਂ, ls ਦਾ ਮਤਲਬ ਲੀਨੀਅਰ ਸਪੈਨ ਵਰਡ ਯੂਜ਼ ਕਰਦੇ ਹਾਂ। ਵੈਸੇ ਲੀਨੀਅਰ ਸਪੈਨ ਕੀ ਹੈ, ਜਿੱਥੇ ਸਾਰੇ ਕੰਬੀਨੇਸ਼ਨਸ ਦਾ ਆਪਾਂ ਸੈੱਟ ਬਣਾ ਲੈਣੇ ਆ, ਉਹਨੂੰ ਲੀਨੀਅਰ ਸਪੈਨ ਬੋਲ ਲੈਣੇ ਆਪਾਂ। ਬਾਕੀ ਜਿੰਨੇ ਵੀ ਐਲੀਮੈਂਟ ਕੰਬੀਨੇਸ਼ਨਸ ਤੋਂ ਬਣਦੇ ਨੇ। ਮੰਨ ਲਓ ਮੈਂ ਇੱਕ ਐਗਜ਼ਾਮਪਲ ਦਿੰਦਾ ਸੌਖੀ ਜਿਹੀ ਨੈਕਸਟ ਪੇਜ ਤੇ, ਤੁਸੀਂ ਸਕਰੀਨਸ਼ਾਟ ਜੇ ਕੱਲ ਰਹਿ ਗਿਆ ਸੀ ਤਾਂ ਲੈ ਲਓ ਜੀ ਆਪਣੇ ਕੋਲ। ਮੰਨ ਲਓ ਆਪਣੇ ਕੋਲ s ਕੋਲ ਕੁਝ ਐਲੀਮੈਂਟਸ ਨੇ ਸੌਖੇ, ਲੈ ਲਓ 1 2 3 4 ਨੇ। ਅਸੀਂ ਮੰਨ ਲਓ 10 ਬਣਾਉਣਾ ਹੈ। 10 ਬਣਾਉਣਾ ਮੈਂ ਲਿਖ ਲਿਆ 2 into 1 0 into 2 ਤਾਂ ਆਪਾਂ ਲਿਖ ਲਿਆ 0 into 3 ਲਿਖ ਲਓ। ਚਲੋ 2 into 4 ਲਿਖ ਲਓ। ਤਾਂ ਆਪਣੇ ਕੋਲ ਆਦਾ ਹੋ ਗਿਆ α1 α2 α3 α4। ਇਹ ਹੋ ਗਏ b1 b2 b3 b4 ਜਿਹੜੇ ਆਪਣੇ ਕੋਲ ਆ ਚਾਰ। ਦੇਖੋ ਮੈਂ ਇਹਨੂੰ ਐਡ ਕਰਕੇ ਦੇਖੋ 10 ਬਣ ਗਿਆ। ਤਾਂ 10 ਦੇਖੋ s ਦਾ ਤਾਂ ਐਲੀਮੈਂਟ ਹੈ ਨਹੀਂ ਸੀ, ਬਟ ਅਸੀਂ ਉਹਨਾਂ ਦੀ ਕੰਬੀਨੇਸ਼ਨ ਤੋਂ 10 ਬਣਾ ਲਿਆ ਸੀ। ਤਾਂ ਅਸੀਂ 10 ਨੂੰ ਕੀ ਕਹਾਂਗੇ, ਲੀਨੀਅਰ ਕੰਬੀਨੇਸ਼ਨ ਦਾ ਐਲੀਮੈਂਟਸ ਆਫ s ਜਾਂ ls। ls ਦਾ ਮਤਲਬ ਲੀਨੀਅਰ ਸਪੇਨ। ਲੀਨੀਅਰ ਸਪੇਨ ਕੀ ਹੋ ਗਿਆ ਆਪਣੇ ਕੋਲ ਵੀ ਜਿਹਦੇ ਵਿੱਚ ਬਹੁਤ ਸਾਰੇ ਕੰਬੀਨੇਸ਼ਨਸ ਹੋਣਗੇ ਜਿਹੜੇ ਸੈੱਟ ਦੇ ਵਿੱਚ, ਉਹਨੂੰ ਲੀਨੀਅਰ ਸਪੇਨ ਬੋਲਦੇ ਆ। ਕਿ ਸਮੇਸ਼ਨ i equal to 1 to n ਐ ਬਹੁਤ ਸਾਰੇ ਅਸੀਂ ਕੰਬੀਨੇਸ਼ਨ ਲਿਖ ਦਾਂਗੇ ਅਲਫਾ bi। ਕਿ bi ਦਾ ਮਤਲਬ b1 b2 b3 bn ਐਲੀਮੈਂਟ ਸੀ ਜਿਹੜੇ ਆਪਣੇ ਕੋਲ ਕੀ ਹੈ s ਦੇ ਸੀ। ਤਾਂ ਅਸੀਂ ਉਹਦੇ ਕੰਬੀਨੇਸ਼ਨ ਦੇ ਜਿੰਨੇ ਵੀ ਬਣਨਗੇ ਐਲੀਮੈਂਟ ਉਹਨਾਂ ਨੂੰ ਸਾਰਿਆਂ ਨੂੰ ਕੀ ਕਹਿ ਸਕਦੇ ਹਾਂ ਅਸੀਂ, ਲੀਨੀਅਰ ਸਪੇਨ। ਤਾਂ ਆਪਣੇ ਕੋਲ ਲੀਨੀਅਰ ਸਪੇਨ ਦੇ ਐਲੀਮੈਂਟ ਤਿਆਰ ਹੋ ਜਾਂਦੇ ਆ। ਠੀਕ ਹੈ, ਤਾਂ ਕਿੰਨੇ ਹੀ ਬਣਾ ਸਕਦੇ ਜਿੰਨੇ ਆਪਣੀ ਮਰਜ਼ੀ। ਉਹ ਸਾਰੇ ls ਚ ਚਲੇ, ਇਹ ਤਾਂ ਹੈ ਹੀ ਗਏ ਨੇ ls ਚ ਜਿਹੜੇ ਆਪਣੇ ਕੋਲ। ਜਿਵੇਂ 2 ਹੈ, ਜੇ ਤੁਸੀਂ ਕਹੋਗੇ 2s ਨੂੰ ਬਿਲੋਂਗ ਕਰਦਾ ਤਾਂ ਲੀਨੀਅਰ ਕੰਬੀਨੇਸ਼ਨ ਦਾ ਬਿਲੋਂਗ ਕਰੂਗਾ ਹੀ ਕਰੂਗਾ ਨਾ। ਤਾਂ 2 ਆਲਸੋ ਬਿਲੋਂਗਸ ਟੂ ls। 2 ਤਾਂ s ਨੂੰ ls ਨੂੰ ਬਿਲੋਂਗ ਕਰਦਾ ਹੈ। ਹੁਣ ਇੱਕ ਨਾਮ ਹੋਰ ਰੱਖਾਂਗੇ ਇਹਦਾ। ਦੇਖੋ ਹੁਣ s ਨੇ ਕੀ ਕੀਤਾ, ਇੱਕ ਨਵਾਂ ਐਲੀਮੈਂਟ ਜਨਰੇਟ ਕਰਤਾ ਜਿਹਨੂੰ ਕਹਿੰਦੇ 10 ਆਪਾਂ ਬਣਾ ਲਿਆ। ਤਾਂ ਐ ਹੋਰ ਸਾਰੇ ਬਹੁਤ ਸਾਰੇ ਬਣਾ ਸਕਦੇ। ਤਾਂ ਆਪਾਂ ਕੀ ਕਰਾਂਗੇ, s ਕੀ ਹੋ ਗਿਆ, ਇਹਨਾਂ ਦਾ ਜਨਰੇਟਰ ਹੋ ਗਿਆ। ਜਨਰੇਟਰ ਮੀਨਸ ਇਹ ਨਵੇਂ ਐਲੀਮੈਂਟ ਜਨਰੇਟ ਕਰ ਸਕਦਾ ਹੈ। ਇਹ s ਇਹਨੂੰ ਆਪਾਂ ਆ ਸਿੰਬਲ ਵੀ ਦੇ ਸਕਦੇ ਹਾਂ ਵੀ s ਕੀ ਹੋ ਗਿਆ, ਕਈ ਐਲੀਮੈਂਟਸ ਨੂੰ ਜਨਰੇਟ ਕਰ ਸਕਦਾ, ਨਵੇਂ ਬਣਾ ਸਕਦਾ ਮਤਲਬ। ਠੀਕ ਹੈ, ਇਹ ਸਿੰਬਲ ਹੁੰਦਾ ਜਨਰੇਟਸ ਦਾ। ਆਪਣੇ ਕੋਲ ਦੋਨੋਂ ਸਾਈਡ ਤੇ ਆਪਾਂ ਲੈਸ ਦੈਨ ਗ੍ਰੇਟਰ ਦੈਨ ਪਾਣੇ, ਜਨਰੇਟਸ ਦਾ ਸਿੰਬਲ ਹੁੰਦਾ ਹੈ। ਤਾਂ ls ਸਰ ਇਹਦੇ ਕੋਈ ਵੀ ਐਲੀਮੈਂਟ ਨੇ 10 ਬਣਾਇਆ 20 30 ਕੁਝ ਵੀ ਬਣਾ ਸਕਦੇ ਹਾਂ ਆਪਾਂ। ਹਾਂ ਜਿੰਨੇ ਬਣਾ ਸਕਦੇ ਬਣਾ ਲਓ, ਜ਼ਰੂਰੀ ਨਹੀਂ ਸਾਰੇ ਬਣਨ। ਕਈ ਵਾਰ ਨਾ ਹੀ ਬਣਦੇ ਹੋਣ ਤਾਂ ਨਾ ਬਣਾਓ, ਬਣ ਵੀ ਸਕਦੇ ਆ। ਜੇ ਨਾ ਬਣਦਾ ਹੋਇਆ ਸਰ, ਜਿਵੇਂ ਆਪਾਂ 20 ਲੈ ਲਿਆ ਸਪੋਜ਼ ਕਰੋ, ਆਪਾਂ ਨਾ ਬਣਿਆ ਕੰਬੀਨੇਸ਼ਨ ਨਹੀਂ ਲਿਖ ਸਕਦੇ, ਆਪਾਂ ਇਹਦਾ ਜਨਰੇਟ ਨਹੀਂ ਕਰ ਸਕਦੇ ਇਹਦੇ ਐਲੀਮੈਂਟ ਤੋਂ।
ਠੀਕ ਹੈ ਸਰ। ਮਤਲਬ ਇਹਨਾਂ ਦਾ ਵੈਸੇ ਸਰ ਉੱਪਰ ਜਿਹੜੇ ਐਲੀਮੈਂਟਸ ਲੱਤੇ ਉਹਦਾ ਸਮ 10 ਬਣਦਾ ਹੈ ਤੇ ਆਪਾਂ ਲੱਤਾ ਵੀ 10 ਸੀ, ਮੈਨੂੰ ਲੱਗਾ ਨਾ ਕਿਤੇ ਤਾਂ ਵੀ ਉਹੀ ਨਾ ਕੁਦਰਤੀ ਲੈ ਲਈ 10, ਇਹ ਆਪਾਂ ਸਮ ਵਾਲਾ ਕੋਈ ਰੋਲਾ ਨਹੀਂ ਸੀ। ਸਰ ਇੱਕ ਡਾਟ ਦਾ ਵਿੱਚ ਮਤਲਬ ਮਲਟੀਪਲਾਈ ਹੈ। ਹਾਂਜੀ, ਮਲਟੀਪਲਾਈ ਅਲਫਾ 1 b1 ਅਲਫਾ 2 b2 ਅਲਫਾ 3 b3 ਅਲਫਾ 4 b4। ਠੀਕ ਹੈ ਸਰ, ਥੈਂਕ ਯੂ। ਠੀਕ ਹੈ, ਜਿਵੇਂ ਲਿਖਿਆ ਸੀ ਆਪਾਂ। ਤਾਂ ਆਪਣੇ ਕੋਲ ਕੀ ਹੈ, ਇਹਦਾ ਮਤਲਬ ਐਸ ਜਿਹੜੇ ਐਲੀਮੈਂਟ ਬਣਾਉਂਦਾ ਜੀ ਉਹਨੂੰ ਜਨਰੇਟਰ ਬੋਲਦਾ ਨਹੀਂ, ਉਹਦਾ ਤਾਂ ਜਨਰੇਟ ਕਰਦਾ ਜੀ ਐਸ ਉਸ ਨੂੰ, ਤਾਂ ਦੈਟ ਇਜ਼ ਜਨਰੇਟਰ ਵਰਡ ਯੂਜ਼ ਕਰ ਲੈਣੇ ਅਸੀਂ ਇਸ ਤਰ੍ਹਾਂ। ਠੀਕ ਹੈ, ਐਸ ਕੀ ਕਰਦਾ, ਉਹਨੂੰ ਜਨਰੇਟ ਕਰਦਾ, ਤਾਂ ਨਵਾਂ ਵਰਡ ਜਨਰੇਟਰ ਆ ਗਿਆ। ਜਿਹੜੀ ਐਲ ਐਸ ਹੈ ਇਹ ਵੀ ਇੱਕ ਸੈੱਟ ਬਣ ਜੂਗੀ, ਸੈੱਟ ਕਿਹਨਾਂ ਦਾ ਬਣ ਜੂਗੀ, ਠੀਕ ਹੈ, ਜਿਹਦੇ ਐਸ ਦੇ ਐਲੀਮੈਂਟ ਤਾਂ ਹੈ ਹੀ ਗਏ ਨੇ, ਹੋਰ ਨਵੇਂ ਵੀ ਬਣ ਗਏ ਆਪਣੇ ਕੋਲ, ਜਿਵੇਂ 10 ਬਣਾਇਆ 11 ਬਣਾ ਲਓ, ਜਿੰਨੇ ਮਰਜ਼ੀ। ਤਾਂ ਐਲ ਐਸ ਵੀ ਆਪਣੇ ਕੋਲ ਸਬ ਸਪੇਸ ਹੁੰਦੀ ਹੈ ਜੀ ਐਸ ਦੀ, ਕਿਉਂਕਿ ਇਹ ਪਹਿਲੀ ਕੰਬੀਨੇਸ਼ਨ ਹੈ ਜੀ ਐਸ ਦੇ ਐਲੀਮੈਂਟ ਦੇ, ਸਬ ਸਪੇਸ ਆਟੋਮੈਟਿਕਲੀ ਸਬ ਸਪੇਸ ਹੈ ਐਸ ਦੀ, ਤੇ ਡਾਇਰੈਕਟ ਹੈ ਵੀ ਲੀਨੀਅਰ ਸਪੇਨ ਇਜ਼ ਆਲਵੇਜ਼ ਸਬ ਸਪੇਸ ਆਫ ਐਸ, ਤਾਂ ਇਹ ਸਬ ਸਪੇਸ ਹੈਗੀ ਐਸ ਦੀ ਆਪਾਂ। ਹੁਣ ਇੱਕ ਵਰਡ ਹੈਗਾ ਸਮੋਲੈਸਟ ਸਬ ਸਪੇਸ, ਨਾਮ ਤੋਂ ਤਾਂ ਪਤਾ ਲੱਗ ਗਿਆ ਨਾ, ਪਰ ਇਹਨੂੰ ਪ੍ਰੂਵ ਕਿਵੇਂ ਕਰਦੇ, ਪ੍ਰੂਵ ਕਿਵੇਂ ਕਰਦੇ ਹਾਂ। ਹੁਣ ਆਪਾਂ W ਨੂੰ ਮੰਨ ਲਓ ਸਮੋਲੈਸਟ ਸਬ ਸਪੇਸ ਕਹਿਣਾ ਚਾਹੁੰਦਾ ਮੈਂ, ਸਮੋਲੈਸਟ ਸਬ ਸਪੇਸ ਕਹਿਣਾ ਚਾਹੁੰਦਾ, ਮਤਲਬ ਸਭ ਤੋਂ ਛੋਟੀ, ਇਹ ਵਾਲੇ ਇਹ ਤੋਂ ਛੋਟਾ ਕੁਝ ਨਹੀਂ ਹੋਣਾ ਚਾਹੀਦਾ। ਜੇ ਮੰਨ ਲਓ ਹੋਇਆ, ਅਸੀਂ ਕਿਵੇਂ ਪ੍ਰੂਵ ਕਰਦੇ ਹਾਂ, ਅਸੀਂ ਕਹਤਾ ਐਸ ਸਬਸੈਟ ਹੈ W ਦਾ, ਠੀਕ ਹੈ, ਇਹਨੂੰ ਪ੍ਰੂਵ ਕਰਨਾ ਆਪਾਂ ਐਸ ਦਾ ਇੱਕ ਸਮੋਲੈਸਟ ਸਬ ਸਪੇਸ ਦੀ ਗੱਲ ਕਰ ਰਹੇ ਹਾਂ, ਐਸ ਸੈੱਟ ਹੈ ਕੋਈ ਵੀ, ਉਹ ਸਬਸੈਟ ਹੈ W ਦਾ। ਇੱਕ ਮੈਂ ਨਵੀਂ W1 ਜਨਰੇਟ ਕਰ ਲੂ, ਮੰਨ ਲੂ ਲੈਟ ਕਰ ਲੂ ਵੀ ਇਹ ਤੋਂ ਛੋਟੀ ਹੈ, ਜਾਂ ਮੈਂ W1 ਸਬ ਸਪੇਸ ਮੰਨ ਲਈ, ਇੱਕ ਹੋਰ ਹੈਗੀ ਹੈ ਮੇਰੇ ਕੋਲ, ਠੀਕ ਹੈ, ਉਹ ਵੀ ਐਸ ਉਹਦਾ ਵੀ ਸਬਸੈਟ ਹੈ ਮੰਨ ਲਓ, ਤਾਂ ਮੈਂ ਜਿਸ W ਨੂੰ ਸਮੋਲੈਸਟ ਪ੍ਰੂਵ ਕਰਨਾ ਹੈ, ਤਾਂ ਜਿੰਨੀ ਵੀ ਮੈਂ ਹੋਰ ਸਬ ਸਪੇਸ ਲਊਂਗਾ ਉਹ ਤੋਂ ਵੱਡੀ ਸ਼ੋ ਹੋਣੀ ਚਾਹੀਦੀ ਹੈ। ਤੇ ਉਹ ਕਹਿਣ ਦਾ ਮਤਲਬ ਕਿਸੇ ਵੀ ਚੀਜ਼ ਨੂੰ ਛੋਟਾ ਸ਼ੋ ਕਰਨ ਦੇ ਲਈ ਤੁਸੀਂ ਇੱਕ ਨਵੀਂ ਚੀਜ਼ ਹੋਰ ਲੈ ਲਓ, ਤੁਸੀਂ ਉਸ ਨਵੀਂ ਚੀਜ਼ ਨੂੰ ਇਹ ਸ਼ੋ ਕਰ ਦਿਓ ਵੀ ਉਸ ਤੋਂ ਛੋਟੀ ਨਹੀਂ ਹੈਗੀ, ਉਸ ਤੋਂ ਵੱਡੀ ਹੈ, ਤਾਂ ਆਟੋਮੈਟਿਕਲੀ ਛੋਟੀ ਬਣ ਜੂਗੀ ਆਪਣੇ ਕੋਲ ਪਹਿਲਾਂ ਵਾਲੀ ਚੀਜ਼। ਹੁਣ W ਨੂੰ ਮੈਂ ਸਮੋਲੈਸਟ ਪ੍ਰੂਵ ਕਰਨਾ ਹੈ ਸਬ ਸਪੇਸ ਨਾਲ, ਸਬ ਸਪੇਸ ਵੀ ਹੈ, ਸਮੋਲੈਸਟ ਸਬਸੈਟ ਨਹੀਂ ਹੈਗਾ, ਸਬ ਸਪੇਸ ਹੈ, ਸਮੋਲੈਸਟ ਸਬ ਸਪੇਸ ਅਸੀਂ W ਨੂੰ ਅਸੀਂ ਪ੍ਰੂਵ ਕਰਨਾ ਹੈ। ਤਾਂ ਮੈंने ਇੱਕ W1 ਸਬ ਸਪੇਸ ਹੋਰ ਲੈ ਲਈ, ਤੇ ਮੈਂ ਆਹ ਪ੍ਰੂਵ ਕਰ ਦੂੰਗਾ ਵੀ W ਹੈ ਜਿਹੜਾ W1 ਦਾ ਵੀ ਸਬਸੈਟ ਹੈ, ਵੀ W1 ਜੇ ਕੋਈ ਹੋਰ ਸਬ ਸਪੇਸ ਹੈ ਵੀ ਕੀ ਹੈ ਮੇਰੇ ਕੋਲ, ਤਾਂ ਉਹ W ਤੋਂ ਵੱਡੀ ਹੈ, ਤਾਂ W ਆਟੋਮੈਟਿਕਲੀ ਕੀ ਹੋ ਜੂਗੀ, ਛੋਟੀ ਹੋ ਜੂਗੀ। ਤਾਂ ਕਿ ਕਿਸੇ ਨੂੰ ਆਪਾਂ ਛੋਟਾ ਪ੍ਰੂਵ ਕਰਨਾ, ਹਰ ਇੱਕ ਸਬ ਸਪੇਸ ਉਸ ਤੋਂ ਵੱਡੀ ਪ੍ਰੂਵ ਕਰ ਦਿਓ ਜਿਹੜੀ ਤੁਸੀਂ ਲੈਣਾ ਚਾਹੁੰਦੇ ਹੋ, ਠੀਕ ਹੈ, ਤਾਂ ਆਟੋਮੈਟਿਕਲੀ ਉਹ ਚੀਜ਼ ਕੀ ਹੋ ਜੂਗੀ, ਛੋਟੀ ਹੋ ਜੂਗੀ, ਤਾਂ W ਇਜ਼ ਦਾ ਸਮੋਲੈਸਟ, ਇਹ ਸਮੋਲੈਸਟ ਬਣ ਗਈ ਜੀ ਆਪਣੀ ਸਬ ਸਪੇਸ, ਇਹਨੂੰ ਬੋਲਦੇ ਸਮੋਲੈਸਟ ਸਬ ਸਪੇਸ। ਇੱਕ ਵਰਡ ਯੂਜ਼ ਕਰਦੇ ਲੀਨੀਅਰ ਸਮ, ਦੋ ਵਰਡ ਆਣਗੇ, ਇੱਕ ਲੀਨੀਅਰ ਸਮ, ਇੱਕ ਡਾਇਰੈਕਟ ਸਮ, ਦੋਨਾਂ ਦਾ ਫਰਕ ਦੱਸੂਗਾ ਹੀ ਮੈਂ। ਲੀਨੀਅਰ ਦਾ ਨਾਮ ਤਾਂ ਆਮ ਹੈ, ਸਿੰਪਲ ਜੀ ਗੱਲ ਹੈ, ਲੀਨੀਅਰ ਸਮ ਜੋੜ ਕਰਨਾ ਕਹਿੰਦਾ। ਦੋ ਸਬ ਸਪੇਸਿਸ ਨੇ ਸਾਡੇ ਕੋਲ, ਮੰਨ ਲਓ ਇੱਕ W1 ਹੈ, ਇੱਕ W2 ਹੈ, ਅਸੀਂ ਲੀਨੀਅਰ ਸਮ ਦਾ ਮਤਲਬ ਦੋਨਾਂ ਚ ਪਲੱਸ ਪਾਣਾ, ਸਮ ਦਾ ਮਤਲਬ ਜੋੜ ਕਰਨਾ, ਦੋਨਾਂ ਚ ਪਲੱਸ ਪਾਤਾ, ਇਹ ਚ ਐਲੀਮੈਂਟ ਕੀ ਹੋਣਗੇ, ਇੱਕ ਸਮੋਲ W1 ਪਲੱਸ ਸਮੋਲ W2, ਤੇ ਅਸੀਂ ਨਾਲ ਕਹਿ ਸਕਦੇ ਹਾਂ ਜਿਹੜਾ ਸਮੋਲ W1 ਹੈ ਉਹ ਕੈਪੀਟਲ W1 ਦਾ ਐਲੀਮੈਂਟ ਹੈ, ਐਂਡ ਸਮੋਲ W2 ਹੈ ਜਿਹੜਾ ਉਹ ਪਹਿਲਾ ਐਲੀਮੈਂਟ ਪਹਿਲੀ ਦਾ ਕਹਿ ਲਓ, ਦੂਜਾ ਐਲੀਮੈਂਟ ਦੂਜੀ ਦਾ, ਤਾਂ W2 ਕਿਹਦਾ ਐਲੀਮੈਂਟ ਹੈ, W2, ਤਾਂ ਇਹ ਸਮ, ਇਹਨੂੰ ਕਹਿੰਦੇ ਲੀਨੀਅਰ ਸਮ, ਵਰਡ ਯੂਜ਼ ਕਰਦੇ ਸਮ, ਆਪਾਂ ਦੋ ਸਬ ਸਪੇਸ ਦਾ ਜੋੜ ਕਰਤਾ, ਤੇ ਇੱਕ ਨਵੀਂ ਸਬ ਸਪੇਸ ਬਣ ਗਈ W1 ਪਲੱਸ W2, ਇਹਦਾ ਨਾਮ ਕੁਝ ਵੀ ਰੱਖ ਦਿਓ, ਚਲੋ ਮੈਂ W ਰੱਖ ਲਿਆ, ਠੀਕ, ਇੱਕ ਨਵੀਂ ਸਬ ਸਪੇਸ ਬਣਾ ਲਈ W, ਜਿਹਦੀ ਤੋਂ ਦੋ ਸਬ ਸਪੇਸ ਨੂੰ ਜੋੜ ਕੇ ਜੀ ਚ ਇੱਕ ਐਲੀਮੈਂਟ W1 ਦਾ ਲੈਣਾ ਤੁਸੀਂ, ਇੱਕ ਐਲੀਮੈਂਟ W2 ਦਾ ਲੈਣਾ, ਠੀਕ ਹੈ। ਤਾਂ ਇੱਕ ਰਿਮਾਰਕ ਲਿਖਿਆ, ਰਿਜ਼ਲਟ ਲਿਖਿਆ, ਪੜ੍ਹ ਲਓ, ਕੰਮ ਆਇਆ ਦਾ ਆਬਜੈਕਟਿਵ ਕੁਐਸਚਨ ਚ, if W1 and W2 subspaces of vector space B, ਤਾਂ ਦੋਨਾਂ ਦਾ ਸਮ ਵੀ ਸਬ ਸਪੇਸ ਹੋਊਗਾ, ਜੇ ਦੋ ਸਬ ਸਪੇਸਿਸ ਨੇ ਤਾਂ ਉਹਨਾਂ ਦਾ ਸਮ ਵੀ ਕੀ ਹੋਊਗਾ, ਸਬ ਸਪੇਸ ਹੋਊਗਾ। ਪਹਿਲਾ ਤਾਂ ਆ ਬਣ ਗਿਆ ਵਧੀਆ ਰਿਜ਼ਲਟ। ਦੂਜਾ ਲੀਨੀਅਰ ਸਮ ਆਫ W1 and W2 ਜੇ ਸਬ ਸਪੇਸ ਜਨਰੇਟਸ ਯੂਨੀਅਨ ਆਫ W1 and W2, ਦਾ ਮਤਲਬ ਕੀ ਹੋ ਗਿਆ ਵੀ ਜਿਹੜੀ ਇਹ ਸਮ ਹੈ ਇੱਕ ਨਵੇਂ ਐਲੀਮੈਂਟਸ ਨੂੰ ਜਨਰੇਟ ਕਰੂਗੀ, ਨਵੇਂ ਸੈੱਟ ਨੂੰ, ਉਹ ਯੂਨੀਅਨ ਨੂੰ W1
ਯੂਨੀਅਨ W2 ਨੂੰ ਕੀ ਕਰੂਗੀ, ਉਹ ਜਨਰੇਟ ਕਰੂਗੀ ਯੂਨੀਅਨ ਨੂੰ, ਕਿਉਂਕਿ ਯੂਨੀਅਨ 'ਚ ਐਲੀਮੈਂਟ ਨਵੇਂ ਹੁੰਦੇ ਆ, ਠੀਕ ਹੈ, ਯੂਨੀਅਨ 'ਚ ਤਾਂ ਸਾਰੇ ਇਕੱਠੇ ਹੁੰਦੇ ਆ, ਤਾਂ W1 + W2 ਹੈ ਜਿਹੜੀ, ਦੇਖੋ ਲਿਖਿਆ ਨਾ ਆਪਾਂ ਲਾਈਨ ਬਹੁਤ ਵਧੀਆ ਹੈ, the linear sum of two subspaces, मतलब W1 + W2 of a vector space B is a subspace, ਕਿਹਦੀ subspace ਹੋਊਗੀ ਆਪਣੇ ਕੋਲ, ਕਿਹਦੀ subspace ਹੋਊਗੀ ਆਪਣੇ ਕੋਲ, W1 + W2 ਕਿਹਦੀ subspace ਹੋਊਗੀ, W1 union W2 ਦੀ subspace ਹੋਊਗੀ। ਦੇਖੋ ਲਿਖਿਆ ਨਾ, ਲਾਈਨ ਨੂੰ ਦੁਬਾਰਾ ਪੜੋ ਫੇਰ ਸਮਝ ਆਉਂਦੀ ਹੈ। ਕਈ ਵਾਰ ਲਾਈਨ is a subspace generated by W1 and W2, ਜਿਹੜੀ ਇਹਦੀ ਯੂਨੀਅਨ ਤੋਂ ਜਨਰੇਟਡ ਹੁੰਦੀ ਹੈ ਕਿੰਨੇ ਵੀ, ਤਾਂ ਉਹਦੀ ਵੀ ਇਹ ਸਬਸਪੇਸ ਹੁੰਦੀ। ਇੱਕ ਵਰਡ ਮੈਂ ਬੋਲਿਆ ਸੀ ਡਾਇਰੈਕਟ ਸਮ, ਦੋਨਾਂ 'ਚ ਫਰਕ ਹੁੰਦਾ, ਥੋੜਾ ਜਿਹਾ ਫਰਕ ਹੁੰਦਾ, ਬਾਹਲਾ ਨਹੀਂ ਫਰਕ ਹੁੰਦਾ, ਉਹ ਫਰਕ ਮੈਂ ਤੁਹਾਨੂੰ ਦੱਸਦਾ, ਆਪਣੇ ਸਕਰੀਨਸ਼ਾਟ ਲੈ ਲਓ। ਇਹਦੇ 'ਚ ਇਕੱਲਾ ਪਲੱਸ ਦਾ ਸਾਈਨ ਯੂਜ਼ ਹੁੰਦਾ ਹੈ, ਉਹ 'ਚ ਸਾਈਨ ਸਿੰਬਲ ਵੀ ਅਲੱਗ ਹੈ ਡਾਇਰੈਕਟ ਸਮ। डायरेक्ट सम वो सिंबल की है, ये अपने को W1 + W, आ वाला है, आ सिंबल है, ऊपर ना सर्कल जा लग जाता, ये सिंबल है, ये दो गल्लां हुंदियां जी, एक तो आही गल हुंदी है जिहड़ी आपां दस्सी है भी जिहड़ी वैक्टर स्पेस है वो दोनों ही सम दे बराबर होगी, एक तो आ गल हुंदी लीनियर सम हो गई, एक जिहड़े दोनों दी इंटरसैक्शन है ਉਹਨਾਂ 'ਚ ਕੋਈ ਵੀ ਕਾਮਨ ਐਲੀਮੈਂਟ ਨਹੀਂ ਹੁੰਦਾ ਜੀ, ਓਨਲੀ ਉਹਦੇ 'ਚ ਐਲੀਮੈਂਟ ਜਿਹੜਾ ਹੋਊਗਾ ਜੀ ਉਹ ਜ਼ੀਰੋ ਐਲੀਮੈਂਟ ਹੋਊਗਾ, ਜ਼ੀਰੋ, ਕਿਉਂਕਿ ਐਡੀਟਿਵ ਆਇਡੈਂਟੀਟੀ ਹੁੰਦਾ ਤਾਂ ਸਾਰਿਆਂ 'ਚ ਹੀ ਹੁੰਦਾ ਜੀ ਜ਼ੀਰੋ ਐਲੀਮੈਂਟ ਦਾ। ਤਾਂ ਇੰਟਰਸੈਕਸ਼ਨ 'ਚ ਕੋਈ ਵੀ ਕਾਮਨ, ਇਹਨੂੰ ਅਸੀਂ ਫਿਰ ਵੀ ਐਂ ਬੋਲਦੇ ਵੀ ਇੰਟਰਸੈਕਸ਼ਨ 'ਚ ਕੋਈ ਵੀ ਕਾਮਨ ਐਲੀਮੈਂਟ ਨਹੀਂ ਹੁੰਦਾ, ਵੀ ਜ਼ੀਰੋ ਤਾਂ ਹੋਣੀ ਤਾਂ ਹੀ ਸਬ ਸਪੇਸ ਬਣਨਗੀਆਂ, ਨਹੀਂ ਤਾਂ ਬਣਦੀ ਨਹੀਂ ਹੈਗੀਆਂ। ਐਡੀਟਿਵ ਆਇਡੈਂਟੀਟੀ ਇਹ ਸਾਡੀ ਉਹਦੀ ਪਹਿਲੀਆਂ 5 ਪ੍ਰੋਪਰਟੀ 'ਚ A1 A2 A3 A4 A5 A3 ਪ੍ਰੋਪਰਟੀ ਹੈ ਸਾਡੀ ਇਹ ਐਡੀਟਿਵ ਆਇਡੈਂਟੀਟੀ, ਉਹਦਾ ਤਾਂ ਹੀ ਵੈਕਟਰ ਸਪੇਸ ਬਣੂਗੀ ਜੇ ਉਹ ਹੋਊਗੀ, ਕਰਕੇ ਇਹਦੇ 'ਚ ਫਿਰ ਵੀ ਅਸੀਂ ਇਹਨੂੰ ਕੀ ਕਹਿੰਦੇ ਆ ਐਵੇਂ ਵੀ W1 ਇੰਟਰਸੈਕਸ਼ਨ W2 ਦਾ ਮਤਲਬ ਓਨਲੀ ਜ਼ੀਰੋ ਐਲੀਮੈਂਟ ਦਾ ਮਤਲਬ ਇਹਨਾਂ 'ਚ ਕੋਈ ਹੋਰ ਕਾਮਨ ਐਲੀਮੈਂਟ ਨਹੀਂ ਹੋਊਗਾ। ਤੇ ਦੂਜੀ ਸ਼ਰਤ ਡਾਇਰੈਕਟ ਸਮ ਦੇ ਵਿੱਚ ਇਹ ਹੁੰਦੀ ਹੈ ਵੀ ਉਹ ਲੀਨੀਅਰ ਸਮ ਦੇ ਬਰਾਬਰ ਹੁੰਦੀ ਹੈ ਉਹਦੀ ਵੈਕਟਰ ਸਪੇਸ, ਤਾਂ ਇਹਨੂੰ ਅਸੀਂ ਡਾਇਰੈਕਟ ਸਮ ਵਰਡ ਯੂਜ਼ ਕਰ ਦਾਂਗੇ, ਇਹਨੂੰ ਕਹਿੰਦੇ ਡਾਇਰੈਕਟ ਸਮ, ਦੋ ਗੱਲਾਂ ਪੂਰੀਆਂ। ਹੁਣ ਇਸੇ ਡੈਫੀਨੇਸ਼ਨ ਨੂੰ ਥੋੜਾ ਚੇਂਜ ਕਰਦੇ ਡਾਇਰੈਕਟ ਸਮ, ਥੋੜਾ ਜਿਹਾ ਇਹਨਾਂ 'ਚ ਡਿਫਰੈਂਸ ਕੀ ਹੈ ਜ਼ਰਾ ਕਲੀਅਰ ਨਹੀਂ ਹੋਇਆ। ਉਸ ਤਾਂ ਕੱਲੀ ਆਹ ਹੁੰਦੀ ਲੀਨੀਅਰ 'ਚ ਤਾਂ ਹੀ, ਹਾਂਜੀ ਸਰ, ਇਹ 'ਚ ਦੋ ਚੀਜ਼ਾਂ ਹੁੰਦੀਆਂ ਡਾਇਰੈਕਟ ਦੇ ਵਿੱਚ, ਇੰਟਰਸੈਕਸ਼ਨ ਦੇ ਵਿੱਚ ਵੀ ਕੋਈ ਐਲੀਮੈਂਟ ਕਾਮਨ ਨਹੀਂ ਹੁੰਦਾ W1 ਤੇ W2 'ਚ। ਠੀਕ ਹੈ। ਕੰਪਲੀਮੈਂਟਰੀ ਸਬਸਪੇਸ, ਕੰਪਲੀਮੈਂਟੇਸ਼ਨ ਹੁਣ ਦੇਖੋ ਇੱਕ ਵਰਡ ਹੋਰ ਯੂਜ਼ ਕਰਾਂਗੇ ਇਹਦੇ ਵਿੱਚ ਅਸੀਂ, ਵਨ ਐਂਡ ਓਨਲੀ ਵਨ, ਡਾਇਰੈਕਟ ਸਮ ਦੇ ਵਿੱਚ ਹੀ ਤਾਂ ਹੀ ਕੰਪਲੀਮੈਂਟਰੀ ਸਬਸਪੇਸਿਸ ਬਣਾਵਾਂਗੇ, ਵਨ ਐਂਡ ਓਨਲੀ ਵਨ। ਦੇਖੋ ਇਹਦਾ ਮਤਲਬ ਕੀ ਹੈ, any two subspaces W1 and W2 are said to be complementary if every vector B, कोई भी B है, देखो B का एलिमेंट है, ਉਹਨੂੰ ਅਸੀਂ U1 + U2 ਲਿਖ ਲਿਆ, U1 W1 ਦਾ ਐਲੀਮੈਂਟ ਹੈ ਜੀ, U2 W2 ਦਾ ਐਲੀਮੈਂਟ ਹੈ, ਠੀਕ ਹੈ, ਜਿਹੜੀ ਆ ਪਹਿਲੀ ਗੱਲ ਪੂਰੀ ਕੀਤੀ ਅਸੀਂ, ठीक है। दूसरी गल आप बोलिया भी ਇਹਦੀ इंटरसेक्शन च कोई भी एलिमेंट कॉमन नहीं होगा, कोई भी एलिमेंट कॉमन नहीं होगा, मतलब ये डिफरेंट एलिमेंट ਜਿਹੜੇ U1 है ਤੇ U2 कदे भी सेम नहीं हो सकते, मतलब ਇੱਕੋ ਹੀ ਐ नहीं हैगा U1 W1 ਚ ਤਾਂ U1 W2 ਚ भी होगा, ਜਾਂ U2 W2 ਚ ਤਾਂ U2 W1 ਚ भी होगा, ਇਹ कदे भी नहीं होगा। ਇਹਦੇ ਲਈ वर्ड यूज करते हैं वन एंड ओनली वन, भी एक ही तरीके नाल लिखिया जान वाली कॉम्बीनेशन, ਤਾਂ V ਨੂੰ ਅਸੀਂ ਇੱਕੋ ਹੀ ਤਰੀਕੇ ਨਾਲ ਲਿਖਿਆ ਜਾ ਸਕਦਾ ਆਪਣੇ ਕੋਲ, ਜੇ V ਨੂੰ ਇੱਕੋ ਹੀ ਤਰੀਕੇ ਨਾਲ ਲਿਖਿਆ ਜਾ ਸਕਦਾ ਮਤਲਬ ਇਹਦਾ ਮਤਲਬ ਹੁੰਦਾ ਵੀ ਕੋਈ ਵੀ ਉਹਨਾਂ ਚ ਆਪਸ ਵਿੱਚ ਕਾਮਨ ਐਲੀਮੈਂਟ ਨਹੀਂ ਹੁੰਦਾ, ਤਾਂ ਉਹ ਸਬ ਸਪੇਸਿਸ ਕੀ ਕਹਾਉਂਦੀਆਂ, ਕੰਪਲੀਮੈਂਟਰੀ ਸਬ ਸਪੇਸਿਸ ਵੀ ਕਹਾਉਂਦੀਆਂ, ਜਿਹੜੀਆਂ ਇਸ ਤਰ੍ਹਾਂ ਦੀਆਂ ਸਬ ਸਪੇਸਿਸ। ਤੇ ਇਹ ਡੈਫੀਨੇਸ਼ਨ ਵੈਸੇ ਪਤਾ ਕਿਹਦੀ ਹੈ, ਆਹ ਜਿਹੜੀ ਆ ਡਿਗਲੀ ਕਿਵੇਂ ਨੀਚੇ ਇੰਟਰਸੈਕਸ਼ਨ ਵਾਲੀ ਵਾਰ-ਵਾਰ ਲਿਖਦਾ ਹੈ, ਆਹ ਡੈਫੀਨੇਸ਼ਨ ਕੱਲੀ ਦੇਖੋ ਇਹਦੇ ਨਾਲ ਜੁੜ ਕੇ ਤਾਂ ਡਾਇਰੈਕਟ ਸਮ ਦੀ ਬਣ ਗਈ,
ठीक है, तो ये कल्ली किहदी है, कल्ली डिसजॉइंट दी है। डिसजॉइंट का मतलब तो जानते हो सारे तुसीं, डिसजॉइंट मतलब एक चीज दूसरे तो बिल्कुल डिफरेंट होवे, एक चीज दूसरे तो बिल्कुल की होवे, अलग होवे। ठीक है, इनू कहते डिसजॉइंट, क्योंकि ਅਸੀਂ जीरो एलिमेंट मैं ਤੁਹਾਨੂੰ बोल चुके हैं भी जीरो एलिमेंट का तो मतलब ये है भी एडिटिव आइडेंटिटी तो होगा ही होगा ही, वो तो हर एक च होगा। जिन्ने भी सब स्पेस लोगे सारे च जीरो एलिमेंट तो होगा ही, क्योंकि वो एडिटिव आइडेंटिटी है वैक्टर स्पेस की प्रॉपर्टी दे विचों आउंदी आ वो। ठीक है, होर ये तो छड्ड के एक्स्ट्रा एलिमेंट होर नहीं होगा, होर अलग तो एक्स्ट्रा एलिमेंट नहीं होगा ही, अलग तो ही। ठीक है, आइडेंटिकल सब स्पेस तो समझ ही गए होंगे नाम तो ही। आइडेंटिकल सब स्पेस की हुंदी है जी, दोनों बराबर होण, W1 इक्वल टू W2, जे दोनों बराबर ने उन्होंने वर्ड यूज करते हैं आइडेंटिकल, आइडेंटिकल सब स्पेस। नाम तो ही क्लीयर हुंदी है ये गल्लां। हुण जिहड़ी चीज बोलूंगा दो डेफिनेशन बोलू, बड़े काम दियां, ध्यान नाल सुन लियो, वैसे तुसीं पहला कीतियां भी होईयां। सर बराबर ਦਾ ਮਤਲਬ ਇਹਦੇ ਐਲੀਮੈਂਟਸ ਇਕੁਅਲ ਹੋਣਗੇ ਜਾਂ ਨੰਬਰ ਆਫ ਐਲੀਮੈਂਟਸ ਇਕੁਅਲ ਹੋਣਗੇ ਕਿ ਦੋਨੇ ਚੀਜ਼ਾਂ ਹੀ? देखो जी, ਜਾਂ ਤਾਂ ਤੁਸੀਂ ਟੌਪਿਕ ਨੂੰ ਪੜੋ ਜੀ, ਪਹਿਲਾਂ ਸੈੱਟ ਥਿਉਰੀ ਵਗੈਰਾ ਟੌਪਿਕ ਤੁਸੀਂ ਕੀਤਾ ਹੋਇਆ ਉਹਨੂੰ ਪੜੋ ਜੀ। ਜਦੋਂ ਅਸੀਂ ਵਰਡ ਯੂਜ਼ ਕਰਦੇ ਨਾ ਆ ਚੀਜ਼ ਜੀ, ਉਹਦਾ ਆਟੋਮੈਟਿਕਲੀ ਕਲੀਅਰ ਹੈ ਵੀ ਉਹਦਾ ਸਾਰਾ ਕੁਝ ਸੇਮ ਹੋਊਗਾ, ਚਾਹੇ ਨੰਬਰ ਆਫ ਐਲੀਮੈਂਟ ਹੈ, ਚਾਹੇ ਉਹਦੇ ਐਲੀਮੈਂਟ ਹੈ, ਜਾਂ ਕੁਝ ਹੋਰ ਆ ਉਹਦੇ ਚ। ਜੇ ਮੈਂ ਇਕੱਲੇ ਨੰਬਰ ਆਫ ਐਲੀਮੈਂਟ ਦੀ ਗੱਲ ਕਰਨੀ ਹੁੰਦੀ ਤਾਂ ਫਿਰ ਮੈਂ ਐਵੇਂ ਲਿਖਦਾ ਜੀ ਉਹਨੂੰ, ਐਵੇਂ ਲਿਖਦਾ ਜੀ ਉਹਨੂੰ, ਕਿਉਂਕਿ ਸੈੱਟ ਥਿਉਰੀ 'ਚ ਆਪਾਂ ਇਹ ਚੀਜ਼ਾਂ ਪੜ੍ਹੀਆਂ ਹੋਈਆਂ। ठीक है, n पाउंदा नंबर ऑफ एलिमेंट, जे इकल्ले नंबर ऑफ एलिमेंट सेम होंगे सैट थ्योरी च ओहदे की हुंदा साइन इक्विवेलेंट, ओहदे इक्विवेलेंट वर्ड यूज करते हैं जी, आइडेंटिकल वर्ड नहीं यूज करते। आइडेंटिकल का मतलब होंदा हर एक चीज ऊपर तो लैके नीचे तक सारी सेम होना, ऊपर तो लैके नीचे तक का मतलब नंबर ऑफ एलिमेंट भी सेम होना जी, सारे एलिमेंट भी सेम होगा, सब कुछ सेम होगा जी, ओहदा सेम दा आइडेंटिकल दा मीनिंग ये रहिंदा जी अपने। ਸਰ ਉੱਥੇ ਆਪਾਂ ਅਲੱਗ-ਅਲੱਗ ਵਰਡ ਯੂਜ਼ ਕਰਦੇ ਹਾਂ ਨਾ, ਇੱਕ ਤਾਂ ਇਕੁਅਲ, ਇੱਕ ਇਕੁਇਵੈਲੈਂਟ, ਦੋ ਯੂਜ਼ ਕਰਦੇ ਆ ਸਰ। ਜੇ ਨੰਬਰ ਆਫ ਐਲੀਮੈਂਟ ਇਕੁਅਲ ਵਾਲੀ ਗੱਲ ਹੈ ਇਹ, ਇਕੁਇਵਲੈਂਟ ਚ ਇਕੱਲੇ ਨੰਬਰ ਆਫ ਐਲੀਮੈਂਟ ਵਰਡ ਯੂਜ਼ ਕਰਦੇ ਹਾਂ ਜੀ ਅਸੀਂ। ਹਾਂਜੀ ਸਰ, ਠੀਕ ਹੈ, ਤਾਂ ਇੱਥੇ ਇਕੁਇਵਲੈਂਟ ਵਰਡ ਦੇ ਇਕੁਅਲ ਨਹੀਂ ਆਉਂਦੇ, ਇੱਥੇ ਵਰਡ ਯੂਜ਼ ਕਰਦੇ ਆਇਡੈਂਟੀਕਲ। ਕੱਲਾ ਆਇਡੈਂਟੀਕਲ ਚ ਸਾਰਾ ਕੁਝ ਸੇਮ ਹੁੰਦਾ ਜੀ। ਜੇ ਸਪੈਸ਼ਲੀ ਨੰਬਰ ਆਫ ਐਲੀਮੈਂਟ ਦੀ ਗੱਲ ਕਰਾਂਗੇ ਤਾਂ ਅੱਗੇ ਆ ਕੇ ਇੱਕ ਡੈਫੀਨੇਸ਼ਨ ਅਲੱਗ ਤੋਂ ਬਣੂਗੀ, ਪਰ ਉਹ ਇੱਥੇ ਨਹੀਂ ਰਿਲੇਟਡ ਹੈਗੀ ਹਾਲੇ, ਕਿਉਂਕਿ ਅਸੀਂ ਸਬ ਸਪੇਸ ਕਰ ਰਹੇ ਹਾਂ। ਜਦੋਂ ਅਸੀਂ ਬੇਸਿਸ ਪੜਾਂਗੇ ਤਾਂ ਇੱਕ ਚੀਜ਼ ਨਵੀਂ ਆਊਗੀ, ਠੀਕ ਹੈ, ਉਦੋਂ ਵਰਡ ਉਹ ਯੂਜ਼ ਹੋਊਗਾ। ਇੱਥੇ ਅਸੀਂ n ਲਿਖਦੇ, ਨੰਬਰ ਆਫ ਐਲੀਮੈਂਟ n ਅੱਗੇ ਪਾ ਕੇ, ਨੰਬਰ ਆਫ ਐਲੀਮੈਂਟ ਆਫ W1 ਇਕੁਅਲ ਟੂ ਨੰਬਰ ਆਫ ਐਲੀਮੈਂਟ ਇਨ W2, ਕੱਲੀ ਗਿਣਤੀ ਸੇਮ ਹੁੰਦੀ ਫਿਰ ਇਸ ਕੇਸ। ਕਲੀਅਰ ਜੀ। ਨੈਕਸਟ ਦੇਖੋ ਲੀਨੀਅਰ ਡਿਪੈਂਡੈਂਟ ਜੀ, LD, ਇੱਕ ਵਰਡ ਯੂਜ਼ ਕਰਾਂਗੇ ਲੀਨੀਅਰ LI, ਕਿਉਂਕਿ ਮੈਂ LI ਤੇ LD ਤਾਂ ਬੋਲਦਾ क्योंकि कई बार समझन च मैं बोली जाऊंगा लीनियरली डिपेंडेंट, शायद तुहानू इंडिपेंडेंट समझ आए, क्योंकि इकट्ठे ये वर्ड ने ये। तो LD का मतलब लीनियरली डिपेंडेंट, LI का मतलब लीनियरली इंडिपेंडेंट। ਇਹਦਾ ਕੰਮ ਕੀ ਹੈ, ਬਹੁਤ ਵਧੀਆ ਡੈਫੀਨੇਸ਼ਨ ਹੈ, ਇਹਦੇ ਨਾਲ ਬਹੁਤ ਕੁਝ ਰਿਲੇਟਡ ਹੈ। ਸਾਡੇ ਕੋਲ ਮੰਨ ਲਓ ਕਿਸੇ ਸਬ ਸਪੇਸ ਦੇ ਐਲੀਮੈਂਟਸ ਨੇ n, ਫੋਰ ਐਗਜ਼ਾਮਪਲ ਵੈਸੇ ਹੀ ਮੈਂ ਆਪਦੇ ਕੋਲੋਂ ਲੈ ਲਈ, ਉਹਨਾਂ ਦਾ ਮੈਂ ਕੰਬੀਨੇਸ਼ਨ ਲਿਖ ਲਿਆ ਜੀ, किसी नाल नहीं लिखा, आपदे नाल ही लिखा जी, अल्फा टू B2 अप टू अल्फा n Bn इक्वल टू 0 हो गई अपने, इक्वल टू 0 हो गई अपने को अल्फा 1 B1 प्लस अल्फा 2 B2 अप टू अल्फा n Bn इक्वल टू की हो गया 0 हो गई अपने। तो अपने को अल्फा 1 अल्फा 2 ते अल्फा n नहीं, जे नोट ऑल 0, नोट ऑल 0 ਇਹਦਾ मतलब की हुंदा है भी घट्टो घट एक अल्फाइज, अल्फाइज का मतलब मे भी कोई भी, घट्टो घट का मतलब एट लीस्ट, ठीक है, एक अल्फाइज नॉट इक्वल टू 0 होगा। मैं कोई भी एक, घट्टो घट दो भी नॉन 0 हो सकते हैं, तीन भी नॉन, जो स्केलर की गल है, स्केलर नहीं ना, अल्फा 1 अल्फा 2 अल्फा n, दीज स्केलर्स आर एट लीस्ट 1, घट्टो घट एक नॉट 0 होगा। ਤਾਂ these vectors are called linearly dependent vectors, LD ਬੋਲਾਂਗੇ। ਜੇ ਆਪਾਂ ਕੰਬੀਨੇਸ਼ਨ ਲਿਖਾਂਗੇ, ਕੰਬੀਨੇਸ਼ਨ ਚ ਉਹਦੇ ਸਕੇਲਰਸ ਆਪਣੇ ਕੋਲ ਇੱਕ ਵੀ ਇਹ ਜਿਹਾ ਆ ਗਿਆ ਵੀ ਜਿਹੜਾ ਕਿ ਨੋਨ 0 ਹੈ, ਤਾਂ ਅਸੀਂ ਉਹਦਾ ਵਰਡ ਯੂਜ਼ ਕਰਾਂਗੇ ਲੀਨੀਅਰਲੀ ਡਿਪੈਂਡੈਂਟ। ਜੇ ਸਾਰੇ 0 ਹੋ ਗਏ, all alphas are 0,
all alphas are 0 ਤਾਂ ਅਸੀਂ word use ਕਰਾਂਗੇ linearly independent word, ਤਾਂ ਉਸ ਨੂੰ linearly independent use ਕਰਾਂਗੇ ਆਪਾਂ। ਇਹ ਦੋ ਡੈਫੀਨੇਸ਼ਨ ਹੈ, ਇਹਦੇ ਨਾਲ ਬਹੁਤ ਸਾਰੀਆਂ ਥਿਓਰਮਸ ਰਿਲੇਟਡ ਨੇ, ਉਹ ਆਪਾਂ ਨੂੰ ਸਟਾਰਟ ਕਰ ਰਹੇ ਹਾਂ। ਪਹਿਲਾਂ ਹੀ ਡੈਫੀਨੇਸ਼ਨ ਦੋਨੋਂ ਸਮਝ ਆ ਗਈਆਂ ਜੀ, ਫਿਰ ਆਪਾਂ ਪ੍ਰੋਸੀਡ ਕਰੀਏ ਅੱਗੇ। B कोई वैक्टर स्पेस है, हुण कुछ गल्लां समझाउण लई इहदे लई एवरी नॉन जीरो सिंगलटन, एवरी नॉन जीरो सिंगलटन, सिंगलटन का मतलब समझते हैं एक सिंगल एलीमेंट है ਉਹਦੇ ਚ ਐਵੇਂ, ਇਹ नॉन जीरो भी है, कहता शर्त ये भी है ऑलवेज लीनियरली इंडिपेंडेंट ਹੁੰਦਾ ਹੈ। ਜੇ ਇਕੱਲਾ ਐਲੀਮੈਂਟ ਹੋਵੇ ਕਿਸੇ ਸੈੱਟ ਦੇ ਵਿੱਚ ਤੇ ਉਹ ਵੀ ਨॉन जीरो ਹੋਵੇ ਤਾਂ ਉਹ ਲੀਨੀਅਰਲੀ ਇੰਡੀਪੈਂਡੈਂਟ ਹੁੰਦਾ ਹੈ ਸਾਡੇ। ਕਿਉਂਕਿ ਜੇ ਤੁਸੀਂ ਪ੍ਰੂਵ ਕਰਨਾ ਤਾਂ ਸੌਖਾ ਹੈ ਕੰਮ, ਇਹਦਾ ਕੰਬੀਨੇਸ਼ਨ, ਮੈਂ ਪਿੱਛੇ ਕੰਬੀਨੇਸ਼ਨ ਦੀ ਗੱਲ ਹੀ ਕੀਤੀ ਸੀ, ਅਲਫਾ b ਇਕੁਅਲ ਟੂ 0, ਕੰਬੀਨੇਸ਼ਨ ਇੱਕੋ ਹੀ ਐਲੀਮੈਂਟ ਹੈ, ਫਿਰ ਇੱਕ ਦਾ ਹੀ ਲਿਖੂੰਗਾ। ਜਾਂ ਤਾਂ ਅਲਫਾ 0 ਹੋਊਗਾ ਜਾਂ b 0, b ਤਾਂ 0 ਹੈ ਨਹੀਂ ਗਈ, ਉਹ ਪਤਾ ਹੀ ਹੈ ਸਾਨੂੰ, ਫਿਰ ਅਲਫਾ ਨੂੰ ਹੀ 0 ਹੋਣਾ ਪਊਗਾ। ਜੇ ਅਲਫਾ 0 ਹੋ ਗਿਆ ਤਾਂ ਆਪਾਂ ਕੀ ਕਹਿ ਦਾਂਗੇ, ਇਹ ਲੀਨੀਅਰਲੀ, ਕਿਉਂਕਿ ਇੱਕ ਸਕੇਲਰ ਸੀ ਜੀ ਉਹ ਵੀ 0 ਹੋ ਗਿਆ, ਤਾਂ ਆਪਾਂ ਕੀ ਕਹਿ ਦਾਂਗੇ, ਲੀਨੀਅਰਲੀ इंडिपेंडेंट वर्ड यूज करांगे। ठीक है, हुण अगला देखो, एवरी सेट कंटेनिंग ओनली 0 एलीमेंट। हुण होर गल करती जी उन्हें, एक एलीमेंट सी ओही 0 सी, कहता कोई सैट ओहदे कोल ओनली 0 वैक्टर, इको ही वैक्टर है, ओही 0 है, कहता वो ऑलवेज कहता लीनियरली डिपेंडेंट हो। क्यों होगा, आही उपर वाली गल, अल्फा b इक्वल टू 0, जो b 0 हो गई फिर मैनू अल्फा 0 होवे ना होवे मैं की कराउणा जी, अल्फा 0 ना ही होवे फिर तां ठीक है, तां b 0, जे अल्फा नहीं 0 है तो कादी डेफिनेशन है, लीनियरली डिपेंडेंट दी। तां जिहदे कोल भी कदे 0, हाँ इत्थे ना दो क्वेश्चन बनणगे अपने नूं, जे तां उहदे कोल होया ही 0 एलीमेंट कल्ला फिर तां हैगा ही लीनियरली डिपेंडेंट है। जे उस सैट च भी 0 एलीमेंट होया बाकी नॉन 0 होए, मान लो 15 एलीमेंट ने, 15 च एक 0 है, ठीक है, ता भी वो सैट सारा 15 लीनियरली डिपेंडेंट खाऊगा ही साडा, 15 का लीनियर डिपेंडेंट। वो अगली है लाइन, तीसरा स्टेप है ये मेरा, देखो किवें, एनी सबसेट ऑफ एस, नहीं सॉरी, हाँ एनी सबसेट ऑफ एस ऑफ बी कंटेनिंग 0 वैक्टर, जे किसी को 0 वैक्टर हैगा इज लीनियरली डिपेंडेंट, तो लीनियरली डिपेंडेंट होगा जे ਉਹਦੇ ਕੋਲ ਇੱਕ ਵੀ 0 ਐਲੀਮੈਂਟ ਹੈਗਾ, ਵੈਕਟਰ ਬੋਲ ਰਹੇ ਜੀ। ਦੇਖੋ ਆ ਤੇ ਇਹ ਚ ਰੱਖਿਆ ਸੀ ਇੱਕ ਵੈਕਟਰ ਸੀ ਉਹੀ 0 ਸੀ। ਹੁਣ ਮੰਨ ਲਓ ਮੇਰੇ ਕੋਲ b1 b2 bn ਵੈਕਟਰਸ ਨੇ, ਇਹਨਾਂ ਚ ਕੋਈ ਨਾ ਕੋਈ bk ਹੈ ਜਿਹੜਾ ਵਿਚਾਲੇ ਕਿਤੇ ਉਹ 0 ਵੈਕਟਰ ਹੈ, ਮਤਲਬ ਇੱਕ ਵੈਕਟਰ ਇਹ ਹੈ ਜਿਹੜਾ ਕਿ 0 ਹੈ, ਤਾਂ that is called these set is linearly dependent, ਤਾਂ ਇਹ ਸੈੱਟ ਕੀਗਾ ਹੋਊਗਾ, linearly dependent ਹੋਊਗਾ ਜੀ। ठीक है जी, नैक्सट ध्यान रखिए, हुण इहदे उल्ट बोल दिए जी, उल्ट बोलो, मैं क्या आख्या भी जे इहदे कोल एक भी वैक्टर 0 होया तो की कहाऊगा, लीनियरली डिपेंडेंट। ठीक है, हुण मैं उल्ट बोलदा, जे मैनूं उहने देता लीनियरली इंडिपेंडेंट सैट देता, कोई सैट में मैनूं उहने देता भी ये सैट है जिहड़ा तुहानूं मैं दे रहे हैं ਇਹ ਲੀਨੀਅਰਲੀ ਇੰਡੀਪੈਂਡੈਂਟ, मैं फिर कहूँगा ਇਹਦੇ ਚ ਕੋਈ ਵੀ ਇਹੋ ਜਿਹਾ ਵੈਕਟਰ ਨਹੀਂ ਹੈਗਾ ਵੀ ਜਿਹੜਾ 0 ਹੋਵੇ। ਕਿਉਂ ਕਹੂੰਗਾ ਵੀ ਕੋਈ ਵੀ ਇਹੋ ਜਿਹਾ ਵੈਕਟਰ ਨਹੀਂ ਹੈਗਾ ਵੀ ਜਿਹੜਾ 0 ਹੋਵੇ, ਕਿਉਂਕਿ ਜੇ ਉਹਦੇ ਕੋਲ ਵੈਕਟਰ 0 ਵੈਕਟਰ ਹੋਵੇ ਫਿਰ ਉਹ ਲੀਨੀਅਰਲੀ ਇੰਡੀਪੈਂਡੈਂਟ ਹੀ ਨਹੀਂ ਹੋ ਸਕਦਾ, ਫਿਰ ਉਹ ਲੀਨੀਅਰਲੀ ਡਿਪੈਂਡੈਂਟ ਹੋਣਾ ਪਊਗਾ ਉਹਨੂੰ, ਤੇ ਪਰ ਆਪਾਂ ਤਾਂ ਦਿੱਤਾ ਹੋਇਆ ਵੀ ਉਹ ਲੀਨੀਅਰਲੀ ਇੰਡੀਪੈਂਡੈਂਟ ਹੈ, ਤੇ ਮਤਲਬ ਉਹਦੇ ਕੋਲ ਕੋਈ ਵੀ ਇਹੋ ਜਿਹਾ ਵੈਕਟਰ ਨਹੀਂ ਹੋਊਗਾ ਜਿਹੜਾ ਕਿ 0 ਵੈਕਟਰ ਹੋਵੇ। हाँ जी, सुपर सेट ऑफ लीनियरली डिपेंडेंट सेट इज आल्सो लीनियरली डिपेंडेंट। मान लो एक अपने को एस ला लो, S1 S2 ले लो, S1 सबसेट S2, S1 मेरे को लीनियरली डिपेंडेंट है जी, तो S2 भी पक्के तौर पे लीनियरली डिपेंडेंट ही होगा। सुपर सेट ऑफ लीनियरली डिपेंडेंट इज आल्सो लीनियरली डिपेंडेंट, ते सबसेट च लीनियरली इंडिपेंडेंट। जे लीनियरली इंडिपेंडेंट सैट है जी अपने कोल S2, तो S1 ਉਹਦਾ सबसेट है जी, तो S1 भी लीनियरली इंडिपेंडेंट बन जूगा जी अपने कोल।
ਬਾਕੀ सबसेट ऑफ लीनियरली इंडिपेंडेंट सेट ऑफ वेक्टर्स इज लीनियरली इंडिपेंडेंट। ਤਾਂ ਸਾਰੇ ਲੀਨੀਅਰਲੀ ਇੰਡੀਪੈਂਡੈਂਟ ਦੇ ਜਿਹੜੇ ਸਬਸੈਟ ਬਣਾਵਾਂਗੇ ਉਹ ਲੀਨੀਅਰਲੀ ਇੰਡੀਪੈਂਡੈਂਟ ਹੀ ਬਣਨਗੇ। ਸੁਪਰਸੈਟ ਲੀਨੀਅਰਲੀ ਡਿਪੈਂਡੈਂਟ ਦਾ ਹੁੰਦਾ ਜੀ, ਸਬਸੈਟ ਲੀਨੀਅਰਲੀ ਇੰਡੀਪੈਂਡੈਂਟ ਦਾ ਹੁੰਦਾ ਹੈ। ਇਹ ਆਈ ਸਾਡੇ ਰਿਜ਼ਲਟ ਕੁਛ ਇਹਦੇ ਨਾਲ ਰਿਲੇਟਡ ਦੋਨਾਂ ਦੇ ਨਾਲ। ਜਿਨ੍ਹਾਂ 'ਚ ਕਿਸੇ ਰਿਜ਼ਲਟ 'ਚ ਡਾਊਟ ਆਈ ਤਾਂ ਫਟਾਫਟ ਬੋਲ ਦਿਓ ਜੀ, ਫਿਰ ਮੈਂ ਨਹੀਂ ਅੱਗੇ ਰਿਜ਼ਲਟ ਪੜ੍ਹਦੇ ਜੀ ਆਪਾਂ। ਜਿਹੜਾ 4th ਕਰਵਾਇਆ ਸੀ ਸਰ ਰਿਜ਼ਲਟ ਵੀ v not equal to 0 ਹੈ, ਜੇ ਲੀਨੀਅਰ ਇੰਡੀਪੈਂਡੈਂਟ ਦਿੱਤਾ ਹੋਇਆ ਹੈ ਤਾਂ ਇਹਦੇ ਵਿੱਚ ਫਿਰ alpha 1 alpha 2 0 ਹੋਣਗੇ ਤਾਂ ਹੀ ਸਾਰੇ ਲੀਨੀਅਰ ਜ਼ੀਰੋ ਹੋਣਗੇ ਇੰਡੀਪੈਂਡੈਂਟ ਹਾਂਜੀ। ਬਣੂਗਾ। ਕੰਬੀਨੇਸ਼ਨ 'ਚ ਸਕੇਲਰਸ ਆਲ ਸਕੇਲਰਸ ਆਰ ਜ਼ੀਰੋ। ਠੀਕ ਹੈ। ਵੀ ਵੈਕਟਰ ਨਹੀਂ ਜ਼ੀਰੋ ਹੋ ਸਕਦਾ ਇਹਨਾਂ 'ਚ ਕੋਈ ਵੀ। ਇੱਕ ਥਿਓਰਮ ਹੈ ਜੀ, ਵੈਸੇ ਉਹ ਘੱਟ ਯੂਜ਼ ਹੁੰਦੀ ਹੈ। ਜੇ ਤਾਂ ਆਪਾਂ ਵੱਡੀਆਂ ਥਿਓਰਮਸ ਕਰਨੀਆਂ ਹੋਣ ਮਗੇ ਜਿਵੇਂ ਆਪਾਂ BSc 'ਚ ਕਰਦੇ ਸੀ ਫਿਰ ਤਾਂ ਉਹ ਵਿੱਚ ਦਾ ਯੂਜ਼ ਹੁੰਦੀ ਹੈ, ਉਹ ਆਪਦਾ ਘੱਟ ਉਹ ਨਹੀਂ ਹੈਗੀ, ਸਿੱਧੀ ਸਟੇਟਮੈਂਟ ਦੇ ਅਕੋਰਡਿੰਗ ਯੂਜ਼ ਨਹੀਂ ਹੈਗੀ। ਜੇ ਮੰਨ ਲਓ ਆਪਣੇ ਕੋਲ ਕਹਿੰਦਾ B1 B2 BN ਕੋਈ ਸੈੱਟ ਹੈ ਤੇ ਲੀਨੀਅਰਲੀ ਡਿਪੈਂਡੈਂਟ ਹੈ, ਲੀਨੀਅਰਲੀ ਡਿਪੈਂਡੈਂਟ ਹੈ, ਤਾਂ ਉਹ ਥਿਓਰਮ ਇਹ ਕਹਿੰਦੀ ਹੈ ਵੀ ਇਹ 'ਚ ਕੋਈ ਵੀ ਵੈਕਟਰ ਚੱਕ ਲਓ ਤੁਸੀਂ ਵਿੱਚੋਂ। ਮੰਨ ਲਓ BK ਚੱਕ ਲਿਆ ਮੈਂ, ਉਹ ਬਚਾ ਲਓ, ਕਿਤੋਂ ਵੀ ਚੱਕ ਲਓ, B2 ਚੱਕ ਲਓ, ਪਰ 2 ਤੋਂ ਛੋਟਾ B1 ਨਹੀਂ ਚੱਕਣਾ, 2 ਤੋਂ ਵੱਡਾ ਜਾਂ 2 ਦੇ ਬਰਾਬਰ ਤੇ n ਤੋਂ ਛੋਟਾ ਜਾਂ n ਦੇ ਬਰਾਬਰ ਕੋਈ ਵੀ ਐਲੀ ਵੈਕਟਰ ਚੱਕ ਸਕਦੇ। ਤਾਂ ਉਹਨੂੰ ਉਹਦੇ ਪ੍ਰੋਸੀਡਿੰਗ ਵੈਕਟਰ ਦੇ ਨਾਲ ਕੰਬੀਨੇਸ਼ਨ ਲਿਖ ਸਕਦੇ। ਪ੍ਰੋਸੀਡਿੰਗ ਮਤਲਬ ਸਮਝਦੇ, ਪ੍ਰੋਸੀਡਿੰਗ ਪਿਛਲੇ ਵੈਕਟਰ ਦੇ ਨਾਲ alpha 1 B1 alpha 2 B2 ਪਿਛਲੇ ਵੈਕਟਰ ਕਿੱਥੋਂ ਤੱਕ ਹੋਣਗੇ alpha k-1 bk-1 k-1 ਤੱਕ ਪਿਛਲੇ ਵੈਕਟਰ। ਤਾਂ ਆਪਣੇ ਕੋਲ ਜੇ ਲੀਨੀਅਰਲੀ ਡਿਪੈਂਡੈਂਟ ਸੈੱਟ ਹੈ ਤੁਹਾਡੇ ਕੋਲ ਤਾਂ ਉਹਦੇ ਚ ਕੋਈ ਵੀ ਵੈਕਟਰ, ਜੇ ਮੰਨ ਲਓ B2 ਚੱਕ ਲਿਆ ਤੁਸੀਂ ਤਾਂ ਕਿਹਦੇ ਨਾਲ ਕੰਬੀਨੇਸ਼ਨ ਲਿਖੋਗੇ, ਇਕੱਲਾ ਇੱਕੋ ਹੀ ਵੈਕਟਰ ਰਹਿ ਗਿਆ ਵਿੱਚ alpha 1 b1 ਬਸ। ਜੇ ਮੰਨ ਲਓ B3 ਚੱਕ ਲਿਆ ਤਾਂ alpha 1 b1 alpha 2 b2 ਪਿਛਲੇ ਵੈਕਟਰ ਦੇ ਨਾਲ ਕੰਬੀਨੇਸ਼ਨ ਲਿਖ ਸਕਦੇ ਹੋ। ਇਹ ਥਿਓਰਮ ਹੈ ਸਾਡਾ। BK ਮੈਂ ਜਰਨਲ ਚੱਕ ਲਿਆ ਸੀ ਤਾਂ k-1 ਤੱਕ ਉਹਦਾ ਕੰਬੀਨੇਸ਼ਨ ਲਿਖ ਸਕਦੇ, ਪਰ ਇਹ ਸ਼ਰਤ ਕਿੱਥੇ ਲੱਗੂ ਹੈ, ਲੀਨੀਅਰਲੀ ਡਿਪੈਂਡੈਂਟ। ਹਾਂਜੀ, ਹੁਣ ਜਿਹੜੀ ਗੱਲ ਦੱਸਾਂਗੇ ਉਹ ਤੇ ਧਿਆਨ ਦਿਓ ਜੀ, ਬੇਸਿਸ ਤੇ। ਇੱਕ ਡਾਈਮੈਂਸ਼ਨ ਨੰਬਰ ਗਿਣਤੀ ਕਰਾਂਗੇ ਹੁਣ। ਡਾਈਮੈਂਸ਼ਨ ਦਾ ਮਤਲਬ ਗਿਣਤੀ ਕਰਨਾ, ਉਹ ਦੱਸਾਂਗੇ ਗਿਣਤੀ ਕਿਹਦੀ ਕਰਨੀ। ਜਿਹੜਾ ਕੁਐਸਚਨ ਤੁਸੀਂ ਪੁੱਛਿਆ ਸੀ ਉਹਦਾ ਇੱਥੇ ਜਵਾਬ ਮਿਲ ਸਕਦਾ। ਬੇਸਿਸ ਜੀ 10 ਮਿੰਟ ਰਹਿ ਗਏ ਆਪਣੀ ਇਸ ਕਲਾਸ ਦੀ। ਮੈਂ ਨਾਲ ਦੀ ਦੂਸਰੀ ਦਾ ਵੀ ਲਿੰਕ ਭੇਜਿਆ ਹੋਇਆ ਤੁਹਾਨੂੰ, ਤੁਸੀਂ ਨਾਲ ਦੀ ਨਾਲ ਕਨੈਕਟ ਹੋ ਜਿਓ। ਥੋੜਾ ਟੌਪਿਕ ਆਪਾਂ ਕਰਾਂਗੇ ਅੱਜ ਵੀ। ਬੇਸਿਸ ਅਸੀਂ ਕਿਸੇ ਵੀ ਸੈੱਟ B ਨੂੰ ਬੇਸਿਸ ਪ੍ਰੂਵ ਕਰਨਾ ਹੈ ਆਪਾਂ ਵੈਕਟਰ ਸਪੇਸ B ਦਾ, ਵੈਕਟਰ ਸਪੇਸ B ਦਾ ਅਸੀਂ ਬੇਸਿਸ ਪ੍ਰੂਵ ਕਰਨਾ ਹੈ। ਬੇਸਿਸ ਦੀਆਂ ਦੋ ਸ਼ਰਤਾਂ ਨੇ ਜੀ। ਜੇ B ਨੂੰ ਬੇਸਿਸ ਉਹ B ਕਹਾਂਗੇ ਤਾਂ ਇਹਦੀਆਂ ਸਾਡੇ ਕੋਲ ਦੋ ਸ਼ਰਤਾਂ ਨੇ। ਪਹਿਲੀ ਸ਼ਰਤ ਹੈਗੀ ਹੈ B ਲੀਨੀਅਰਲੀ ਇੰਡੀਪੈਂਡੈਂਟ ਹੁੰਦਾ ਜੀ। ਦੂਜੀ ਸ਼ਰਤ ਹੈਗੀ ਜੀ ਅਸੀਂ B ਨੂੰ ਦੇ ਨਾਲ ਸਾਰੀ ਵੈਕਟਰ ਸਪੇਸ ਬਣਾ ਸਕਦੇ ਹਾਂ, ਜਨਰੇਟ ਕਰ ਸਕਦੇ ਹਾਂ। ਕਹਿੰਦਾ ਜਿਹੜੀ ਸਭ ਤੋਂ ਅੱਜ ਕਲਾਸ ਸਟਾਰਟ ਹੋਣ ਵੇਲੇ ਗੱਲ ਕੀਤੀ ਸੀ, ਮਤਲਬ B ਦੇ ਸਾਰੇ ਐਲੀਮੈਂਟਸ ਦਾ ਕੰਬੀਨੇਸ਼ਨ ਆ B ਦੇ ਨਾਲ ਲਿਖ ਸਕਦੇ ਹਾਂ, B ਬੋਏ ਵਾਲੀ B ਦੇ ਨਾਲ ਲਿਖ ਸਕਦੇ ਹਾਂ। ਤਾਂ ਉਹਨੂੰ ਕਹਿੰਦੇ LB = B, ਵੀ ਉਹਦੇ ਸਾਰੇ ਐਲੀਮੈਂਟ ਜਨਰੇਟ ਕਰ ਸਕਦੇ। ਜਿਹੜਾ ਸੈੱਟ ਆ ਦੋਨੋਂ ਕੰਮ ਕਰ ਲਾਂਦਾ ਉਸ ਨੂੰ ਬੇਸਿਸ ਕਹਿੰਦੇ, ਅਸੀਂ ਉਹਦਾ ਨਾਮ ਰੱਖ ਲਾਣੇ ਆ ਬੇਸਿਸ। ਠੀਕ ਹੈ, ਇਹ ਦੋਨੋਂ ਕੰਮ ਉਹ ਲੀਨੀਅਰਲੀ ਇੰਡੀਪੈਂਡੈਂਟ ਹੋਣਾ ਚਾਹੀਦਾ ਹੈ, ਉਹ B ਦੇ ਸਾਰੇ ਐਲੀਮੈਂਟਸ ਜਨਰੇਟ ਕਰਦਾ ਹੋਵੇ। ਠੀਕ ਹੈ, ਦੋ ਕੰਮ ਕਰਦਾ ਹੋਵੇ ਤਾਂ ਉਹ ਬੇਸਿਸ ਬਣਦਾ। ਸਰ ਕੋਈ ਐਗਜ਼ਾਮਪਲ ਨਹੀਂ ਹੈਗੀ ਇਹਦੀ? ਨਹੀਂ ਜੀ, ਇਹਦੀ ਐਗਜ਼ਾਮਪਲ ਨਹੀਂ ਐਵੇਂ ਬਣਾ ਸਕਦੇ ਜੀ ਆਪਾਂ, ਕਿਉਂਕਿ ਉਹਦੇ ਲਈ ਪਹਿਲਾਂ ਵੈਕਟਰ ਸਪੇਸ ਸਿਲੈਕਟ ਕਰਨੀ ਪਊਗੀ, ਫਿਰ ਉਹਦਾ ਸੈੱਟ ਲੈਟ ਕਰਨਾ ਪਊਗਾ, ਫਿਰ ਉਹਦੇ ਪ੍ਰੂਫ ਪੈਣਗੇ। ਇਹ ਥਿਓਰਮ, ਇਹ ਡੈਫੀਨੇਸ਼ਨ ਹੈ ਬੇਸਿਸ ਦੀ। ਥਿਓਰਮਸ ਹੈਗੀਆਂ ਇਹਦੀਆਂ ਬਹੁਤ ਸਾਰੀਆਂ, ਵੀ ਆਪਾਂ ਪ੍ਰੂਵ ਕਰਨੀਆਂ ਹੋਣ ਤਾਂ ਥਿਓਰਮਸ ਹੈਗੀਆਂ, ਪਰ ਐਗਜ਼ਾਮਪਲਸ ਨਹੀਂ ਹੁੰਦੀਆਂ ਜੀ ਇਹਨਾਂ ਦੀਆਂ ਕੋਈ ਵੀ। ਪੇਪਰ 'ਚ ਇਹਦਾ ਰਿਜ਼ਲਟ ਹੀ ਆਣਗੇ ਇਹਨਾਂ ਦੇ ਸਿੱਧਾ। ਇਹ ਰਿਜ਼ਲਟ ਆਣਗੇ ਜਿਹੜੇ ਹੁਣ ਥਿਓਰਮਸ ਦੱਸੂਗਾ ਜੀ, ਉਹ ਆਣਗੀਆਂ, ਉਹਦੀ ਵੀ ਸਟੇਟਮੈਂਟ ਆਣਗੀਆਂ। ਨੇਮਿੰਗ ਥਿਓਰਮਸ ਨੇ ਜੀ ਉਹ ਜਿਹੜੇ ਆਪਾਂ ਦੱਸਾਂਗੇ, ਨਾਮ ਨਾਲ ਥਿਓਰਮਸ ਆਣਗੇ ਵੀ ਇਹ ਕਿਹੜੀ ਥਿਓਰਮ ਹੈ ਜੀ,
ਇਹ ਕਿਤੇ ਲਾਗੂ ਹੁੰਦੀ ਹੈ ਉਹ ਆਊਗਾ ਹੀ ਇਹ ਬੇਸਿਸ ਇੱਕ ਵਰਡ ਯੂਜ਼ ਹੋਊਗਾ ਡਾਈਮੈਂਸ਼ਨ ਜੋ ਹਾਲੇ ਯੂਜ਼ ਨਹੀਂ ਕਰ ਰਹੇ ਆਪਾਂ ਕਿਉਂਕਿ ਪਹਿਲਾਂ ਬੇਸਿਸ ਬਾਰੇ ਕਲੀਅਰ ਕਰ ਲਈ ਸਾਰਾ ਵੀ ਫਿਰ ਆਪਾਂ ਡਾਈਮੈਂਸ਼ਨ ਬਾਰੇ ਦੱਸੂਗਾ ਉਹ ਥੋੜਾ ਜਿਹਾ ਫਰਕ ਹੈ ਉਹ ਚ ਗਿਣਤੀ ਹੁੰਦੀ ਹੈ ਇਕੱਲੀ ਬੇਸਿਸ ਦੀ ਹੈਲਪ ਹੀ ਲੱਗਦੀ ਹੈ ਉੱਥੇ ਹੁਣ ਜਿਵੇਂ L5 ਹੈ ਖਾਲੀ ਸੈੱਟ ਹੈ ਕਿਉਂਕਿ 0 ਤਾਂ ਹੋਊਗਾ ਹੀ ਹੋਊਗਾ ਉਹੀ ਗੱਲ ਜਿਹੜੀ ਮੈਂ ਤੁਹਾਨੂੰ ਆਖਿਆ ਠੀਕ ਹੈ ਤਾਂ ਆਪਣੇ ਕੋਲ ਫਾਈ ਲੀਨੀਅਰਲੀ ਇੰਡੀਪੈਂਡੈਂਟ ਹੁੰਦਾ ਜੀ ਠੀਕ ਹੈ ਇਹ ਫਾਈ ਨੂੰ ਬੇਸਿਸ ਆਫ 0 ਖਾਲੀ ਸੈੱਟ ਹੈ ਜੀ ਖਾਲੀ ਸੈੱਟ ਚ ਕੁਝ ਹੁੰਦਾ ਹੀ ਨਹੀਂ ਜਦੋਂ ਠੀਕ ਹੈ ਤਾਂ ਕਿ ਆਪਾਂ ਇਹ ਗੱਲ ਨਹੀਂ ਕਹਿੰਦੇ ਹੁਣ ਬੇਸਿਸ ਦਾ ਜਿਹੜਾ ਕੰਮ ਹੈ ਉਹ ਬਹੁਤ ਅਹਿਮ ਕੰਮ ਹੈ ਬੇਸਿਸ ਦਾ ਇਹ ਐਲੀਮੈਂਟ ਬਣਾਉਣੇ ਪਹਿਲਾਂ ਇੱਕ ਵਰਡ ਯੂਜ਼ ਕਰਦੇ ਆ ਫਾਈਨਾਈਟ ਡਾਈਮੈਂਸ਼ਨਲ ਅੱਧਾ ਕੰਮ ਕਰਾਂਗੇ ਹੁਣ ਆਪਾਂ ਦੇਖੋ ਮੈਂ ਕਿਸੇ ਸੈੱਟ ਨੂੰ ਮੰਨ ਲਓ ਬੇਸਿਸ ਪ੍ਰੂਵ ਕਰਨਾ ਹੈ ਮੰਨ ਲਓ ਫੋਰ ਐਗਜ਼ਾਮਪਲ ਬੇਸਿਸ ਪ੍ਰੂਵ ਕਰਨਾ ਹੈ ਆਪਾਂ ਕਿਸੇ ਸੈੱਟ ਨੂੰ ਤਾਂ ਆਪਣੇ ਕੋਲੋਂ ਚ ਦੋ ਕੰਮ ਕਰਨੇ ਪੈਣਗੇ ਆਹ ਦੋ ਜਿਹੜੇ ਮੈਂ ਲਿਖ ਰੱਖਿਆ ਤੁਹਾਡੇ ਲਈ ਉੱਪਰ ਇੱਕ ਕੰਮ ਮੈਂ ਖਤਮ ਕਰਨ ਜਾ ਰਿਹਾ ਆਹ ਫਾਈਨਾਈਟਲੀ ਡਾਈਮੈਂਸ਼ਨਲ ਇੱਕ ਵਰਡ ਯੂਜ਼ ਕਰ ਲਿਆ ਇਹਦਾ ਮਤਲਬ ਕੀ ਹੈ ਵੀ ਜੇ ਕੋਈ b ਨੂੰ ਵੈਕਟਰ ਨੂੰ ਅਸੀਂ ਫਾਈਨਾਈਟਲੀ ਡਾਈਮੈਂਸ਼ਨਲ ਵੈਕਟਰ ਸਪੇਸ ਬੋਲ ਦਈਏ ਤਾਂ ਉਹਦੀ ਇੱਕ ਗੱਲ ਹੁੰਦੀ ਹੈ ਵੀ ਉਹਦੇ ਕੋਲ ਇੱਕ ਇਹੋ ਜਿਹਾ ਸੈੱਟ ਜ਼ਰੂਰ ਹੁੰਦਾ ਹੈ ਜਿਹੜਾ ਉਹਨੂੰ ਜਨਰੇਟ ਕਰੂਗਾ ਜਿਹੜਾ ਉਹਨੂੰ ਕੀ ਕਰੂਗਾ ਜਨਰੇਟ ਕਰੂਗਾ ਇੱਕ ਉਹਦੇ ਕੋਲ ਇੱਕ ਇਹੋ ਜਿਹਾ ਸੈੱਟ ਜ਼ਰੂਰ ਹੋਊਗਾ ਜਿਹੜਾ b ਨੂੰ ਕੀ ਕਰੂਗਾ ਜਨਰੇਟ ਕਰੂਗਾ ਤਾਂ ਹੀ ਅਸੀਂ b ਨੂੰ ਕੀ ਬੋਲਦੇ ਆ ਫਾਈਨਾਈਟਲੀ ਜਨਰੇਟਡ ਫਾਈਨਾਈਟਲੀ ਡਾਈਮੈਂਸ਼ਨਲ ਵੈਕਟਰ ਸਪੇਸ ਤਾਂ b ਨੂੰ ਕੀ ਬੋਲਾਂਗੇ ਫਿਰ ਫਾਈਨਾਈਟਲੀ ਡਾਈਮੈਂਸ਼ਨਲ ਵੈਕਟਰ ਸਪੇਸ ਬੋਲਾਂਗੇ ਜੇ ਅਸੀਂ ਆਹ ਗੱਲ ਹੋਵੇ ਵੀ s ਸਾਰੇ ਐਲੀਮੈਂਟਸ ਨੂੰ b ਨੂੰ ਜਨਰੇਟ ਕਰਦਾ ਹੁਣ ਦੇਖੋ ਡੈਫੀਨੇਸ਼ਨ ਚ ਕਿਵੇਂ ਚੇਂਜ ਕੀਤੀ ਹੁਣ ਮੈਂ s ਨੂੰ ਬੇਸਿਸ ਬਣਾਉਣਾ ਹੋਵੇ ਮੰਨ ਲਓ ਇੱਥੇ ਇਹ ਤੋਂ ਬਾਅਦ ਦੇਖੋ ਇੱਕ ਕੰਮ ਤਾਂ ਮੈਂ ਕਰ ਹੀ ਚੁੱਕਿਆ ਕਿਉਂਕਿ ਉਹਨੇ ਕਿਹਨੇ ਕਰਤਾ ਉਹਦੇ ਨਾਮ ਨਹੀਂ ਕਰਤਾ ਫਾਈਨਾਈਟਲੀ ਡਾਈਮੈਂਸ਼ਨਲ ਨੇ ਫਿਰ ਇੱਕ ਕੰਮ ਕੀ ਰਹਿ ਗਿਆ ਮੈਂ ਸਿਰਫ s ਨੂੰ ਕੀ ਪ੍ਰੂਵ ਕਰੂੰਗਾ ਹੁਣ ਲੀਨੀਅਰਲੀ ਇੰਡੀਪੈਂਡੈਂਟ ਪ੍ਰੂਵ ਕਰੂੰਗਾ ਜੇ ਮੈਂ s ਨੂੰ ਲੀਨੀਅਰਲੀ ਇੰਡੀਪੈਂਡੈਂਟ ਪ੍ਰੂਵ ਕਰਤਾ ਜੀ ਤਾਂ ਉਹ ਬੇਸਿਸ ਬਣ ਗਈ ਸਾਡੇ ਤਾਂ ਕੀ ਬਣ ਜੂਗਾ ਬੇਸਿਸ ਪ੍ਰੂਵ ਕਿਉਂ ਦੋ ਕੰਮ ਸੀ ਬੇਸਿਸ ਦੇ ਦੋਨਾਂ ਚ ਇੱਕ ਤਾਂ ਆਟੋਮੈਟਿਕ ਮਿਲ ਗਿਆ ਮੈਨੂੰ ਫਾਈਨਾਈਟਲੀ ਡਾਈਮੈਂਸ਼ਨਲ ਵੈਕਟਰ ਸਪੇਸ ਕਹਿਣ ਨਾਲ ਹੀ ਮਿਲ ਗਿਆ ਵੀ ਇਹਦੇ ਕੋਲ ਇੱਕ ਸੈੱਟ ਹੈਗਾ s ਵੀ ਜਿਹੜਾ ਇਹਨੂੰ ਕੀ ਕਰਦਾ ਹੈ ਜਨਰੇਟ ਕਰਦਾ ਤਾਂ ਦੂਜਾ ਇੱਕ ਕੰਮ ਰਹਿ ਗਿਆ ਲੀਨੀਅਰਲੀ ਇੰਡੀਪੈਂਡੈਂਟ ਉਹ ਮੈਂ ਪ੍ਰੂਵ ਕਰ ਲੂੰਗਾ ਤਾਂ ਮੇਰਾ s ਕੀ ਬਣ ਜੂਗਾ ਬੇਸਿਸ ਬਣ ਜੂਗਾ ਤਿਆਰ ਹੋ ਗਿਆ ਬੇਸਿਸ ਇਸ ਕਰਕੇ ਠੀਕ ਹੈ ਇੱਕ ਵਰਡ ਹੈਗਾ ordered basis ਦੇਖੋ ਇੱਕ ਨਾ ਨੋਟ ਲਿਖਿਆ ਹੋਇਆ ਪੜ੍ਹ ਲਓ ਨੋਟ ਕੰਮ ਕਈ ਵਾਰ ਆ ਜਾਂਦਾ ਨੋਟ ਹੈ ਕਹਿੰਦਾ if there exist no finite subset ਜਿੱਥੇ ਕੋਈ ਵੀ finite ਮਤਲਬ ਕਾਊਂਟਿੰਗ ਦੇ ਐਲੀਮੈਂਟ ਗਿਣਤੀ ਦੇ ਐਲੀਮੈਂਟ ਕਹਿ ਸਕਦੇ finite subset ਵਿੱਚ ਜਨਰੇਟਸ b ਜੇ ਨਹੀਂ ਹੋਇਆ ਉਹਦੇ ਕੋਲ ਜਿਹੜਾ ਉਹਨੂੰ b ਨੂੰ ਜਨਰੇਟ ਕਰਦਾ ਹੈ ਤਾਂ ਫਿਰ ਉਹਨੂੰ ਕੀ ਕਹਾਂਗੇ ਇਨਫਿਨਾਈਟਲੀ ਡਾਈਮੈਂਸ਼ਨਲ ਵੈਕਟਰ ਸਪੇਸ ਇਨਫਿਨਾਈਟਲੀ ਡਾਈਮੈਂਸ਼ਨਲ ਵੈਕਟਰ ਸਪੇਸ ਵੀ ਇਨਫਿਨਿਟੀ ਐਲੀਮੈਂਟ ਨੇ ਉਹਦੇ ਕੋਲ ਡਾਈਮੈਂਸ਼ਨਲ ਵੈਕਟਰ ਸਪੇਸ ਬੋਲਦਾ ਜੇ ਕਿਸੇ ਕੋਲ ਫਾਈਨਾਈਟਲੀ ਨਹੀਂ ਵੈਸੇ ordered basis ਸਾਨੂੰ ਲੋੜ ਨਹੀਂ ਪੈਂਦੀ ਡੈਫੀਨੇਸ਼ਨ ਦੀ ਕਿਉਂਕਿ ਕੋਈ ਖਾਸ ਨਹੀਂ ਹੈ ਆਹੀ ਜਿਹੜਾ ਮੈਂ ਉੱਪਰ ਬੋਲਿਆ ਉਹੀ ਗੱਲ ਹੈ an ordered set s which is a basis of finitely dimensional vector space is called the ordered basis ਫਿਰ ਇਹਨੂੰ ਦੇਖੋ ਜਿਹੜਾ ਮੈਂ ਆਖਿਆ ਸੀ ਨਾ ਵੀ ਜੇ ਸਾਡੇ ਕੋਲ ਉਹੀ ਸੈੱਟ ਜਿਹੜਾ ਇਹਨੂੰ ਜਨਰੇਟ ਕਰਦਾ ਹੈ ਮੈਂ ਉਹਨੂੰ ਬੇਸਿਸ ਪ੍ਰੂਵ ਕਰਦਾ ਜਿਹੜਾ ਮੈਂ ਉੱਪਰ ਲਾਈਨ ਬੋਲੀ ਤਾਂ ਜਿਹੜਾ s ਬੇਸਿਸ ਦਾ ਬੇਸਿਸ ਹੈਗਾ ਹੀ ਹੈ ਤਾਂ ਇਹਦਾ ਥੋੜਾ ਨਾਮ ਬਦਲ ਜਾਂਦਾ ordered basis ਵਰਡ ਯੂਜ਼ ਕਰਨਾ ordered basis ਨਾਮ ਬਦਲਿਆ ਕਿਉਂ ਕਿਉਂਕਿ ਪਹਿਲਾਂ ਤੋਂ ਹੀ ਜਨਰੇਟ ਕਰ ਰਿਹਾ ਸੀ ਆਪਾਂ ਤਾਂ ਇਕੱਲਾ ਲੀਨੀਅਰਲੀ ਇੰਡੀਪੈਂਡੈਂਟ ਪ੍ਰੂਵ ਕੀਤਾ ਜੇ ਇਹ ਲੀਨੀਅਰਲੀ ਇੰਡੀਪੈਂਡੈਂਟ ਪ੍ਰੂਵ ਨਹੀਂ ਕਰਦੇ ਤਾਂ ਇਹ ਬੇਸਿਸ ਨਹੀਂ ਬਣਦਾ ਫਿਰ ਸਾਡੇ ਕੋਲ ਕੋਈ ਹੋਰ ਸੈੱਟ ਬੇਸਿਸ ਬਣੂਗਾ ਜੇ ਹੋਰ ਸੈੱਟ ਬੇਸਿਸ ਦੇਖੋ ਮੈਂ ਤੁਹਾਨੂੰ ਦੱਸਦਾ ਨਾ ਆਪਣਾ ਸਕਰੀਨਸ਼ਾਟ ਲੈ ਲਓ ਮੈਂ ਨੈਕਸਟ ਪੇਜ ਤੇ ਸਮਝਾਉਣਾ ਗੱਲ ordered ਦਾ ਕਈ ਵਾਰ ਭੁਲੇਖਾ ਪੈ ਜਾਂਦਾ ਸਟੂਡੈਂਟ ਨੂੰ ਉਹਦੇ ਕਰਕੇ ਦੇਖੋ ਮੈਂ b ਨੂੰ ਕਹਿਤਾ b is finitely dimensional ਹੈ ਵੈਕਟਰ ਸਪੇਸ b ਇਹਦਾ ਮਤਲਬ ਕੋਈ ਨਾ ਕੋਈ b ਦੇ ਵਿੱਚ ਇਹ ਜਿਹਾ ਹੋਊਗਾ ਵੀ ਜਿਹੜਾ ਇਹਨੂੰ ਜਨਰੇਟ ਕਰੂਗਾ ਇਹਦਾ ਮਤਲਬ ਇਹ ਹੋ ਗਿਆ ਫਾਈਨਾਈਟਲੀ ਡੈਫੀਨੇਸ਼ਨ s ਹੋ ਗਿਆ s ਨੂੰ ਮੈਂ ਲੀਨੀਅਰਲੀ ਇੰਡੀਪੈਂਡੈਂਟ ਪ੍ਰੂਵ ਕਰਨ ਲੱਗ ਗਿਆ ਜੇ ਤਾਂ ਹੋ ਗਿਆ ਤਾਂ ਮੈਂ s ਨੂੰ ਕੀ ਕਹੂੰਗਾ ordered basis ਤਾਂ ਨਾਮ ਬਦਲ ਗਿਆ ਥੋੜਾ ਜਿਹਾ ordered basis ਕੋਈ ਖਾਸ ਨਹੀਂ basis ਵੀ ਕਹਿ ਸਕਦੇ ordered basis ਵੀ ਹੈ
जे एस मान लो नहीं बनया लीनियरली इंडिपेंडेंट, सॉरी कांटी बची, चलो फिर आप लीनियरली इंडिपेंडेंट नहीं बनया, ठीक है कोई गल नहीं, फिर एस बेसिस तो रहा नहीं ना उडड ना कोई होर कुछ भी नहीं रहा। आप एक नवा सैट बी लै लिया, बी नू मैं लीनियरली इंडिपेंडेंट भी प्रूव कर लिया ते बी नू मैं जनरेट भी प्रूव कर लिया, बी दा नवा कोई होर, ठीक है होर लै लिया। तो जो नवा होर लै लिया तो बी नू की कहूंगा बेसिस ऑफ बी कहूंगा, कला वर्ड ही कहूंगा बेसिस ऑफ बी, फिर इनू ऑर्डर्ड बेसिस नहीं कहूंगा। ऑर्डर्ड बेसिस ਤਾਂ ਉਹਨੂੰ ਕਹਿੰਦਾ ਜਿਹੜਾ ਮੇਰੇ ਕੋਲ ਪਹਿਲਾਂ ਹੀ ਉਹਨੂੰ ਜਨਰੇਟ ਕਰ ਰਿਹਾ ਸੀ, ਮੈਂ ਇਕੱਲਾ ਲੀਨੀਅਰਲੀ ਇੰਡੀਪੈਂਡੈਂਟ ਪ੍ਰੂਵ ਕਰਕੇ ਉਹਨੂੰ ਬੇਸਿਸ ਬਣਾ ਲਿਆ, ਠੀਕ ਹੈ। ਜੇ ਉਹ ਆਪ ਨਹੀਂ ਬਣਾਊਗਾ ਉੱਥੇ ਲੀਨੀਅਰਲੀ ਇੰਡੀਪੈਂਡੈਂਟ ਨਹੀਂ ਹੈਗੇ ਕਿ ਨਵਾਂ ਸੈੱਟ ਬੀ ਕੋਈ ਹੋਰ ਸੈੱਟ ਲੈ ਰਿਹਾ ਜਿਹਦੇ ਚ ਐਲੀਮੈਂਟ ਘੱਟ ਹੋ ਸਕਦੇ ਨੇ, ਉਹਦੇ ਨਾਲ ਐਸ ਨਾਲੋਂ ਵੀ ਘੱਟ ਹੋ ਸਕਦੇ ਨੇ, ਠੀਕ ਹੈ। ਐਸ ਚ ਜੇ 15 ਐਲੀਮੈਂਟ ਉਹਦੇ ਕੋਲ 14 ਹੋ ਸਕਦੇ ਨੇ, 13 12 11 10 ਕੁਝ ਵੀ ਹੋ ਸਕਦੇ ਨੇ, ठीक है। तो हूँ मैं नवे सिरे तो सारा काम कर लिया, लीनियरली इंडिपेंडेंट भी प्रूव कर लिया, जनरेट भी प्रूव कर लिया, तो बेसिस बनू ऑर्डर्ड बेसिस नहीं बनता ही, फिर ऑर्डर्ड बेसिस वही बनू जो पहले जनरेट करता सी उन्होंने फाइनाइटली डिमेंशनल दे, तो यही फर्क होंदा ही ऑर्डर्ड बेसिस दे कल्ले बेसिस। कोआर्डीनेट्स वर्ड तो जानते होंगे तुसी, कोआर्डीनेट्स मैं तुहानू दस भी देना, जो पिछे नहीं मैं गल की सोने उन्हें कॉम्बीनेशन आ देखो कॉम्बीनेशन आ लिख लिया, नाम बदल लिया जी, हम स्केलर का अस मैं की बोलिया सी अल्फा 1 अल्फा 2 अल्फा n की हुंदे ने स्केलर्स हुंदे ने, इन्हां नूं कोआर्डीनेट्स भी कह सकते हैं, कोआर्डीनेट्स किते वो कोआर्डीनेट्स ना कह दियो, ये कोआर्डीनेट्स स्केलर्स नूं ही कहंदे जिहड़े अल्फा b1 b2 b3 pn, इन्हां नूं कोआर्डीनेट्स वर्ड यूज करदे। हुण आ गया नेमिंग थ्योरम जिन्हां दी गल आपां करदे सी, एक तां हुंदी एग्जिस्टेंस थ्योरम, हर फाइनाइटली डिमेंशनल वैक्टर स्पेस का एक ना एक बेसिस जरूर होगा ही होगा। एग्जिस्टेंस का मतलब एग्जिस्ट होनी चीज, एग्जिस्ट करनी चीज। वीडियो खत्म होने वाली आप अगली नाल शुरू करांगे। एग्जिस्टेंस का मतलब है कि एग्जिस्ट करना चीज है, ठीक है। भी हर एक वैक्टर स्पेस का एक ना एक बेसिस जरूर होगा ही होगा, एवें है हो नहीं सकता भी उसका कोई बेसिस ना हो, बेसिस जरूर एग्जिस्ट करूगा ही यही एग्जिस्टेंस थ्योरम है साडी